ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰ ਨਾਮ। ਬਾਣੀ ਗੁਰੂ, ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਭਰਤਖ ਗੁਰੂ ਨਿਸਤਾਰੇ, ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ, ਮਾਂਝ ਮਹਿਲਾ ਪੰਜਵਾਂ। ਤੂੰ ਜਲ ਨਿਧ ਹਮ ਮੀਨ ਤੁਮਾਰੇ, ਤੇਰਾ ਨਾਮ ਬੂੰਦ ਹਮ ਚਾਤਰਿਕ ਤਿਖ ਹਾਰੇ। ਤੂੰ ਜਲ ਨਿਧ ਹਮ ਮੀਨ ਤੁਮਾਰੇ, ਤੇਰਾ ਨਾਮ ਬੂੰਦ ਹਮ ਚਾਤਰਿਕ ਤਿਖ ਹਾਰੇ। ਤੁਮਰੀ ਆਸ ਪਿਆਸਾ ਤੁਮਰੀ, ਤੁਮ ਹੀ ਸੰਗ ਮਨ ਲੀਨਾ ਜੀਓ। ਜਿਉ ਬਾਰਕ ਪੀ ਖੀਰ ਅਗਾਵੇ, ਜਿਉ ਨਿਰਧਨ ਧਨ ਦੇਖ ਸੁਖ ਪਾਵੇ। ਤ੍ਰਿਖਾਵੰਤ ਜਲ ਪੀਵਤ ਠੰਡਾ, ਤਿਉ ਹਰ ਸੰਗ ਇਹ ਮਨ ਪੀਨਾ ਜੀਓ। ਜਿਉ ਅੰਧਿਆਰ ਦੀਪਕ ਪਰਗਾਸਾ, ਪਰਤਾ ਚਿਤਵਤ ਪੂਰਨ ਆਸਾ। ਮਿਲ ਪ੍ਰੀਤਮ ਜਿਉ ਹੋਤ ਆਨੰਦਾ, ਤਿਉ ਹਰ ਰੰਗ
मन रंगीना जियो संतन मोक हर मार्ग पाया साध कृपाल हर संग गिजाया हर हमरा हम हर के दासे नानक शब्द गुरु सच दीना जियो संतन मोक हर मार्ग पाया साध कृपाल हर संग गिजाया हर हमरा हम हर के दासे नानक शब्द गुरु सच दीना जियो। वाहिगुरु जी का खालसा वाहिगुरु जी की फतेह। ये पावन शब्द जो माजरा गंदर पंजवें पातशाह गुरु अर्जन देव पिता महाराज जी दे पवित्र मुख तो उच्चारण होया श्री गुरु ग्रंथ साहिब पातशाह महाराज जी दे 100 अंग ते दर्ज है। इस शब्द दी विचार अज आप जी सरवण करोगे। अमृत संचार अज 11 बजे होवेगा। हर ऐतवार 11 बजे हुंदा है। सो जिन्हां प्राणियां ने अमृत छकना होवे वो 11 बजे तो पहला पहला केसी इशनान करके अमृत संचार अस्थान ते पहुंचो। गुरु घर दी सेवा दे विच गुरु के लंगरां वास्ते रसद कड़ा प्रसाद दी देग वास्ते देसी घ्यो बाला साहब हॉस्पिटल वास्ते बैड तो लैके वेंटीलेटर तक कोई भी सेवा आप जी भेज सकते हो। इमारत दी सेवा जथेदार बाबा बचन सिंह जी करवा रहे हैं। घरां दे विच पंजाबी बोलिया करो, बच्चियां नूं गुरमुखी पढ़ाओ, बच्चियां नूं धन श्री गुरु ग्रंथ साहिब महाराज जी दे चरनी लाओ। सरबत दे भले दा वड्डा दावा आपां करदे हां, पर सानू नहीं पता कि साडे बच्चियां दा भला काहदे विच है। असीं सिर्फ उन्हां नूं माया इकट्ठी करके देण विच रुझे नहीं उलझे होए हैं। सो जिन्ना चिर बच्चे गुरु नाल नहीं जुड़ते ये चीज़ां उन्हां वास्ते सुखदाई नहीं हो सकदियां। राज लीला राजन की रचना करया हुक्म अफारा सेज सोहनी चंदन चोवा नरक घोर का द्वारा। सो अपने नावां दे नाल भी सिंह ते कौर शब्द लिखिया करो। जो आपां जातां पातां गोत्र लिखते हैं सिख धर्म दे विच उन्हां दी कोई थां प्रवानगी नहीं है। वलंटीयर सेवा वास्ते शनिचरवार ऐतवार 2 दिन जरूर हाजरी भरिया करो।
ਜੋ ਹਜ਼ਾਰਾਂ ਦੀ ਗਿਣਤੀ ਵਿੱਚ ਯਾਤਰੂ ਆਉਂਦੇ ਨੇ, ਨਵੀਆਂ ਸੰਗਤਾਂ ਆਉਂਦੀਆਂ ਨੇ, ਉਹਨਾਂ ਨੂੰ ਇਹ ਦੱਸਣਾ ਸਾਡਾ ਪਰਮ ਧਰਮ ਹੈ ਕਿ ਗੁਰੂ ਘਰ ਦਾ ਅਦਬ, ਸਰੋਵਰ ਦੀ ਪਵਿੱਤਰਤਾ, ਗੁਰੂ ਦਰਬਾਰ ਦੀ ਮਰਿਆਦਾ ਕੀ ਹੈ। ਕੋਈ ਗਲਤੀ ਕਰਦਾ ਹੈ ਤੇ ਅਸੀਂ ਲੜਦੇ ਹਾਂ। ਇਹ ਫਰਜ਼ ਨਹੀਂ ਆਪਾਂ ਸਮਝਦੇ ਕਿ ਉਹ ਨਵੇਂ ਨੇ, ਉਹਨਾਂ ਨੂੰ ਪਹਿਲਾਂ ਦਸੀਏ, ਫਿਰ ਕੋਈ ਗਲਤੀ ਕਰੇ, ਫਿਰ ਸਾਡਾ ਗੁੱਸਾ ਕਰਨਾ ਠੀਕ ਹੋ ਸਕਦਾ ਹੈ। ਫਿਰ ਕੋਈ ਗਲਤੀ ਨਹੀਂ ਕਰੇਗਾ ਜੇ ਆਪਾਂ ਉਹਨਾਂ ਨੂੰ ਦੱਸ ਦਿਆਂਗੇ ਕਿ ਗੁਰੂ ਘਰ ਦੀ ਮਰਿਆਦਾ, ਅਦਬ ਇਹ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਸ਼ਬਦਾਵਤਾਰ ਬਾਣੀ ਦੇ ਬੋਹਿਤ, ਜੁਗੋਹ ਜੁਗ ਅਟਲ, ਪਰਮ ਸਨਮਾਨ ਯੋਗ, ਪਰਮ ਸਤਕਾਰ ਯੋਗ, ਚਵਰ ਛਤਰ ਤਖਤ ਕੇ ਮਾਲਿਕ, ਗਿਆਨ ਦੇ ਸਾਗਰ, ਸਮੁੱਚੀ ਮਨੁੱਖਤਾ ਦੇ ਸਾਂਝਾ ਆਤਮਕ ਭੰਡਾਰ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਤੋਂ ਸਾਹਿਬੇ ਇਕਬਾਲ, ਸਾਹਿਬੇ ਬਰਕਤ, ਸਾਹਿਬੇ ਕਮਾਲ, ਮੁਰਸ਼ਦੇ ਕਾਮਲ, ਕਾਮਲੇ ਰਹਿਬਰ, ਰੌਸ਼ਨੇ ਚਿਰਾਗ ਨੂਰੇ ਨਜ਼ਰ, ਪੀਰਾਂ ਦੇ ਪੀਰ, ਬਾਬਿਆਂ ਦੇ ਬਾਬੇ, ਜੋਗੀਆਂ ਦੇ ਜੋਗੀ, ਨਾਥਾਂ ਦੇ ਨਾਥ, ਰਹਿਬਰਾਂ ਦੇ ਰਹਿਬਰ, ਗੁਰੂਆਂ ਦੇ ਗੁਰੂ, ਅਸ਼ਟਮ ਬਲਬੀਰਾ, ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਮਹਾਨ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਤੋਂ ਗੁਰੂ ਕੀ ਕਥਾ ਸੁਣ ਰਹੀ ਸਨਮਾਨਯੋਗ ਸਾਧ ਸੰਗਤ ਜੀਓ, ਗੁਰੂ ਕੀ ਬਖਸ਼ੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਦਕੇ ਗੁਰੂ ਤੁਹਾਡੇ ਤੋਂ ਅੱਜ ਛੁੱਟੀ ਦਾ ਦਿਨ ਹੈ, ਗੁਰੂ ਦਰਬਾਰ ਤੱਕ ਪੁੱਜ ਗਏ ਹੋ। ਕਈਆਂ ਨੂੰ ਤੇ ਹੁੰਦਾ ਹੈ ਚਲੋ ਜੀ ਛੁੱਟੀ ਦਾ ਦਿਨ ਹੈ, ਜਿੰਨਾ ਮਰਜ਼ੀ ਹੋਰ ਸੋ ਲਓ, ਬੱਚਿਆਂ ਨੂੰ ਵੀ ਸੁਵਾ ਲਓ। ਪ੍ਰਕਾਸ਼ ਐਸਾ ਹੁੰਦਾ, ਹਰ ਇੱਕ ਗੁਰਸਿੱਖ ਦੇ ਅੰਦਰ ਜਜ਼ਬਾ ਹੁੰਦਾ ਕਿ ਬੱਚਿਆਂ ਨੂੰ ਰੋਜ਼ ਪੜ੍ਹਨ ਭੇਜਦੇ ਹਾਂ, ਚਲੋ 2 ਦਿਨ ਸੈਟਰਡੇ ਸੰਡੇ ਛੁੱਟੀ ਹੁੰਦੀ ਹੈ, ਤੇ ਕਿਉਂ ਨਾ ਗੁਰੂ ਪਿਤਾ ਦੀ ਅਸੀਸ ਉਹ ਵੀ ਦਿਵਾ ਲਿਆਈਏ। ਜੇ ਕੱਲ ਛੁੱਟੀ ਦਾ ਦਿਨ ਹੈ ਤੇ ਸ਼ਾਮਾਂ ਵੇਲੇ ਬੱਚਿਆਂ ਨੂੰ ਛੇਤੀ ਸੁਆ ਕੇ ਤੇ ਸਵੇਰ ਵੇਲੇ ਗੁਰਦੁਆਰੇ ਲੈ ਕੇ ਜਾਵਾਂਗੇ। ਯਾਦ ਰੱਖਿਓ, ਜਿਸ ਨੇ ਬੱਚਿਆਂ ਨੂੰ ਗੁਰੂ ਦੇ ਲੜ ਲਾ ਦਿੱਤਾ, ਗੁਰੂ ਦਾ ਪਿਆਰ ਸਤਿਕਾਰ ਅੰਦਰ ਪੈਦਾ ਕਰ ਦਿੱਤਾ, ਉਹਨਾਂ ਬੱਚਿਆਂ ਅੰਦਰ ਮਾਂ-ਬਾਪ ਪ੍ਰਤੀ ਵੀ ਪਿਆਰ ਸਤਿਕਾਰ ਪੈਦਾ ਹੋ ਗਿਆ। ਅੱਜ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜੋ ਬਚਨ ਕਹੇ ਨੇ, ਉਹ ਸਤਿਗੁਰੂ ਦੀ ਅੰਦਰ ਦੀ ਤੜਪ, ਅੰਦਰ ਦਾ ਮਿਲਣ ਦਾ ਚਾਹ ਪਰਮਾਤਮਾ ਨੂੰ,
ਇਹਨਾਂ ਸ਼ਬਦਾਂ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣਾ ਅੰਦਰ ਖੋਲ ਕੇ ਰੱਖ ਦਿੱਤਾ ਤੇ ਸਾਨੂੰ ਇਸ਼ਾਰਾ ਕੀਤਾ ਕਿ ਇਹ ਮਨੁੱਖ, ਜੇ ਤੂੰ ਸੰਸਾਰ ਵਿੱਚ ਆਇਆ ਹੈ ਨਾ, ਤੇ ਫਿਰ ਆਪਣੀ ਅਰਦਾਸ ਦੇ ਵਿੱਚ ਉਹ ਆਸ ਸ਼ਾਮਿਲ ਕਰ। ਤੇ ਜੇ ਆਸ ਹੋਵੇਗੀ ਤੇ ਪਿਆਸ ਜਾਗੇਗੀ, ਤੇ ਜਦ ਪਿਆਸ ਜਾਗੇਗੀ ਤੇ ਅਰਦਾਸ ਪੂਰੀ ਜ਼ਰੂਰ ਹੋਵੇਗੀ। ਕਿਸ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਉਹ ਆਪਣਾ ਅੰਦਰ ਦਾ ਜਜ਼ਬਾ, ਅਕੀਦਾ ਮਾਲਕ ਵਾਹਿਗੁਰੂ ਜੀ ਦੇ ਸਾਹਮਣੇ ਰੱਖ ਰਹੇ ਨੇ। ਸੁਣੀਏ ਤੇ ਯਤਨ ਕਰੀਏ, ਕੁਝ ਐਸੀ ਆਸ ਉਮੀਦ ਸਾਡੇ ਅੰਦਰ ਵੀ ਪੈਦਾ ਹੋ ਜਾਵੇ। ਜਿਹੜੇ ਮੱਥਾ ਟੇਕ ਰਹੇ ਹੋ, ਗੁਰੂ ਕੀ ਦੇਗ ਲੈ ਰਹੇ ਹੋ, ਜੋੜਾ ਘਰ 'ਚ ਜੋੜੇ ਜਮ੍ਹਾਂ ਕਰਾ ਰਹੇ ਹੋ, ਕੁਝ ਸਮੇਂ ਲਈ ਗੁਰੂ ਦਰਬਾਰ ਵਿੱਚ ਟਿਕ ਕੇ ਬੈਠ ਜਾਓ। ਸਾਹਮਣੇ ਦੂਰ ਤੱਕ ਮੇਰੀ ਨਜ਼ਰ ਜਾ ਰਹੀ ਹੈ, ਜਿੱਥੇ ਤੱਕ ਹਾਲ ਭਰਿਆ, ਪਰ ਜਗ੍ਹਾ ਬਹੁਤ ਹੈ ਗੁਰੂ ਦੀ ਗੋਦ ਵਿੱਚ। ਕੇਵਲ ਸੁਣਾ ਕੇ ਨਾ ਗੁਰੂ ਨੂੰ ਨਿਕਲ ਜਾਈਏ। ਸਾਹਮਣੇ ਅਰਦਾਸ ਕੀਤੀ, ਪਿਛਲੇ ਕੋਨੇ ਪਿੱਲਰ ਦੇ ਨੇੜੇ ਖੜੇ ਹੋ ਕੇ ਅਰਦਾਸ ਕੀਤੀ, ਫਿਰ ਸੁਖਾਸਨ ਸੱਚਖੰਡ ਅਸਥਾਨ ਉੱਥੇ ਅਰਦਾਸ ਕੀਤੀ ਤੇ ਨਿਕਲ ਗਏ। ਗੁਰੂ ਨੂੰ ਸੁਣਾਉਣ ਥੋੜ੍ਹੀ ਆਏ ਹਾਂ, ਕੁਝ ਸੁਣਨਾ ਵੀ ਹੈ। ਹਾਂ, ਮੰਗਾਂਗੇ ਇੱਥੋਂ ਹੀ ਬਾਰਿਕ ਵਾਂਗੀ ਹੋਂ ਸਭ ਕੁਛ ਮੰਗਾਂ, ਦਿੰਦੇ ਤੋਟ ਨਹੀਂ ਪ੍ਰਭ ਰੰਗਾ। ਬੜੀਆਂ ਮਸਾਣਾ ਤੋਂ ਨਹੀਂ ਮੰਗਾਂਗੇ, ਪਰ ਜੇ ਕਿਤੇ ਸਾਹਮਣੇ ਖੜੇ ਹੋ ਕੇ ਅਰਦਾਸ ਕਰ ਲਈ ਤੇ ਫਿਰ ਗੁਰੂ ਨੂੰ ਸੁਣਾ ਲਈ ਆਪਣੀ ਮੰਗ, ਤੇ ਹੁਣ ਕੁਛ ਸੁਣਨ ਲਈ ਬੈਠ ਜਾਈਏ। ਗੁਰਦੁਆਰੇ ਹੋਏ ਸੋਝੀ ਪਾਏ ਸੀ, ਸਦਕੇ ਗੁਰੂ ਤੁਹਾਡੇ ਤੋਂ ਇਕਾਗਰਤਾ ਬਹੁਤ ਮਿਲ ਰਹੀ ਹੈ। ਸੁਚੇਤ ਹੋ ਕੇ ਗਰਦਨਾਂ ਸਿੱਧੀਆਂ ਕਰਕੇ ਬੈਠੇ ਹੋ। ਮਨ ਨੂੰ ਵੀ ਆਵਾਜ਼ ਮਾਰੋ, ਮੇਰੇ ਮਨ ਪਰਦੇਸੀ ਵੇ ਪਿਆਰੇ, ਆਓ ਘਰੇ। ਤੇ ਇੱਕ ਵਾਰੀ ਗੱਜ ਕੇ ਉਚਾਰਨ ਕਰੋ, ਸਤਨਾਮ ਸ੍ਰੀ। ਇੱਕ ਵਾਰੀ ਫਿਰ ਆਖੋ, ਸਤਨਾਮ ਸ੍ਰੀ। ਮਾਝ ਮਹੱਲਾ ਪੰਜਵਾਂ। ਮਾਝ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਬਚਨ, ਤੂੰ ਜਲ ਨਿਧ ਹਮ ਮੀਨ ਤੁਮਾਰੇ। ਇਹ ਮਾਲਕ ਵਾਹਿਗੁਰੂ ਤੂੰ ਜਲ ਨਿਧ ਹੈ। ਨਿਧ ਦਾ ਮਤਲਬ ਹੁੰਦਾ ਖਜ਼ਾਨਾ, ਤੇ ਪਾਣੀ ਦਾ ਖਜ਼ਾਨਾ ਸਮੁੰਦਰ। ਏਡਾ ਵੱਡਾ ਖਜ਼ਾਨਾ ਹੈ ਕਿ ਉਹਦੀ ਕੋਈ ਥਾਂ ਹੀ ਨਹੀਂ ਪਾ ਸਕਦਾ, ਅਥਾਹ ਜਲ ਹੈ। ਤੇ ਸਾਹਿਬ ਕਹਿੰਦੇ, ਜਿਸ ਤਰ੍ਹਾਂ ਸਮੁੰਦਰ ਦੀ ਕੋਈ ਥਾਂ ਨਹੀਂ ਪਾ ਸਕਦਾ, ਪਰ ਸਮੁੰਦਰ ਤਾਂ ਤੇਰੇ ਪੈਦਾ ਕੀਤੇ ਹੋਏ ਨੇ। ਤੇ ਕਿੰਨੇ ਸਮੁੰਦਰ ਨੇ। ਇਸ ਦਾ ਮਤਲਬ ਕਿ ਤੂੰ ਤੇ ਉਸ ਤੋਂ ਕਈ ਗੁਣਾ ਜ਼ਿਆਦਾ ਅਥਾਹ ਹੈ। ਤੇਰੀ ਥਾਂ ਕੋਈ ਪਾ ਨਹੀਂ ਸਕਦਾ। ਤੇ ਤੂੰ ਹੈ ਸਮੁੰਦਰ, ਤੂੰ ਹੈ ਜਲ ਦਾ ਖਜ਼ਾਨਾ, ਤੇ ਮੈਂ ਹਾਂ ਮੀਨ, ਨਿੱਕੀ ਜੀ ਮੱਛੀ। ਮੈਂ ਤੇਰਾ ਅੰਤ ਕਿਸ ਤਰ੍ਹਾਂ ਪਾ ਸਕਦਾ। ਤੂੰ ਦਰਿਆਓ ਦਾਨਾ ਬੀਨਾ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ, ਤੂੰ ਦਰਿਆ ਹੈ, ਤੂੰ ਸਭ ਕੁਝ ਜਾਣਦਾ ਹੈ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਾਹਾਂ। ਮੇਰੇ ਵਰਗੀ ਨਿੱਕੀ ਜੀ ਮੱਛੀ, ਉਹ ਤੇਰਾ ਅੰਤ ਕਿਸ ਤਰ੍ਹਾਂ ਪਾ ਸਕਦੀ ਹੈ। ਜਹ ਜਹ ਦੇਖਾਂ ਤਹ ਤਹ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਮੈਂ ਜਿੱਧਰ ਵੇਖਦੀ ਆਂ ਤੂੰ ਹੀ ਤੂੰ ਹੈ। ਜਿੱਧਰ ਤੈਰ ਕੇ ਤਰ ਕੇ ਜਾਵਾਂ, ਪਾਣੀ ਹੀ ਪਾਣੀ, ਦਰਿਆ ਹੀ ਦਰਿਆ, ਸਮੁੰਦਰ ਹੀ ਸਮੁੰਦਰ। ਤੇ ਮੈਂ ਤੇਰਾ ਅੰਤ ਕਿਸ ਤਰ੍ਹਾਂ ਪਾ ਸਕਦਾ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਕਿ ਮੈਂ ਤੇ ਨਿੱਕੀ ਜੀ ਮੱਛੀ ਆ। ਮੇਰੀ ਤੇ ਹਾਲਤ ਇਹ ਹੈ, ਜੇ ਤੇਰੇ ਵਿੱਚ ਹਾਂ ਤੇ ਜਿੰਦੀ ਹਾਂ, ਤੇਰੇ ਤੋਂ ਨਿਕਲਾਂ ਤੇ ਮੌਤ ਹੈ, ਮਰ ਜਾਵਾਂਗੇ। ਮੱਛੀ ਕਹਿ ਲੈਣਾ ਸੌਖਾ ਹੈ, ਕਮਾਉਣਾ ਬਹੁਤ ਔਖਾ ਹੈ। ਮੱਛੀ ਕਹਿ ਲੈਣਾ, ਮੀਨ ਕਹਿ ਲੈਣਾ ਬੜਾ ਸੌਖਾ ਹੈ, ਕਮਾਉਣਾ ਬੜਾ ਔਖਾ ਹੈ। ਜੇ ਮੱਛੀ ਬਣਨਾ ਹੈ ਨਾ, ਤੇ ਗੁਰਬਾਣੀ ਕਹਿੰਦੀ, ਮੀਨ ਪਕੜ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁਬਾਨੀ, ਖੰਡ ਖੰਡ ਕਰ ਭੋਜਨ ਕੀਨੋ। ਖੰਡ ਖੰਡ, ਟੋਟੇ ਟੋਟੇ ਕਰ ਲੈ। ਰਿੰਨ ਲਿਆ, ਖਾ ਲਿਆ।
खंड खंड कर भोजन कीनो तौ न बिसरियो पानी। साहब कहते जिन्हें मच्छी खाधी ਉਹਦੇ अंदर जाके भी वो इतनी प्यास पैदा कर रही है कि भोजन बनन तो बाद भी पानी मंग रही है। ते की गुरु के सिखा ने नहीं कर विखाया? भाई मनी सिंह जी ने अपने खंड खंड टोटे टोटे नहीं करवाए ते किते विसरिया मालक वाहिगुरु कि भाई मती दास जी ने आरे नाल अपने आप को चिरवा नहीं लिया कि बाबा बंदा सिंह बहादुर जी दे शरीर नूं किस तरह जंबूरां नाल नोचिया गया, खंड खंड कीता गया कि बन के संघां ने नहीं विखाया मच्छी। गुरु ने कहा ते उन्होंने बचन पूरे कर दिते। साहब कह रहे ने तू जल निध हम मीन तुम्हारे। मच्छी बनना बड़ा औखा है। मीन को ना सुरत जल को ना शब्द ज्ञान, दुबदा मिटाए सकै ना जल मीन की। कहते एक पासड़ प्रीत है मच्छी दी, पानी दी थोड़ी प्रीत है मच्छी नाल। जद शिकारी कंडा पाउंदा ते मच्छी नूं फड़ लैंदा, फस जांदी है ते पुकार करदी है। ते जे किते पानी नूं प्रीत होवे मच्छी नाल ते बचावे ना, ਉਹਦੀ ਪੁਕਾਰ ਨੂੰ ਸੁਣੇ ਨਾ, ਪਰ ਉਹਨੂੰ ਤੇ ਸ਼ਬਦ ਦਾ ਹੀ ਗਿਆਨ ਨਹੀਂ, ਉਹਨੂੰ ਮੱਛੀ ਦੀ ਪ੍ਰੀਤ ਨਾਲ ਕੋਈ ਮਤਲਬ ਹੀ ਨਹੀਂ। ਨਹੀਂ ਤੇ ਪਾਣੀ ਦੀ ਸ਼ਕਤੀ ਵੇਖਦੇ ਹੋ, ਜਦ ਹੜ ਆਉਂਦੇ ਨੇ ਤੇ ਸਭ ਕੁਝ ਰੋੜ ਕੇ ਲੈ ਜਾਂਦਾ ਪਾਣੀ। ਇੱਕ ਪਾਸੜ ਪ੍ਰੀਤ ਹੈ ਮੱਛੀ ਦੀ। ਸਲਿਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਗਾਸ ਮੀਨ ਘਟੈ ਨਾ ਪਤੰਗ ਕੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਪਾਣੀ ਸਲਿਲ ਪਾਣੀ, ਮੱਛੀ ਦੀ ਪ੍ਰੀਤ ਟੁੱਟਦੀ ਨਹੀਂ ਹੈ। ਦੀਪਕ ਦੀਵੇ ਨਾਲ ਪ੍ਰੀਤ ਕਰ ਬੈਠਾ, ਦੀਵੇ ਦੀ ਪ੍ਰੀਤ ਥੋੜਾ ਹੈ। ਜੇ ਦੀਵੇ ਦੀ ਪ੍ਰੀਤ ਹੋਵੇ ਤੇ ਕਿਉਂ ਸਾੜੇ ਉਹਨੂੰ, ਪਰ ਉਹ ਤੇ ਸਾੜ ਦਿੰਦਾ। ਭਵਰੇ ਦੀ ਪ੍ਰੀਤ ਹੈ ਫੁੱਲ ਨਾਲ, ਫੁੱਲ ਦੀ ਪ੍ਰੀਤ ਥੋੜਾ ਭਵਰੇ ਨਾਲ। ਨਹੀਂ ਤੇ ਇਉਂ ਵੀ ਕਿਹਾ ਜਾਂਦਾ ਹੈ ਕਿ ਭਵਰਾ ਬੈਠਾ ਆਪਣੀ ਪ੍ਰੀਤ 'ਚ ਮਸਤ ਹੋ ਜਾਂਦਾ ਫੁੱਲ ਦੇ ਉੱਪਰ ਬੈਠ ਕੇ। ਕੁਝ ਫੁੱਲ ਬੰਦ ਹੁੰਦੇ ਨੇ ਤੇ ਉਹ ਉਸ ਤੇ ਕੁਰਬਾਨ ਹੋ ਜਾਂਦਾ ਹੈ। ਜੇ ਫੁੱਲ ਦੀ ਪ੍ਰੀਤ ਹੋਵੇ ਤੇ ਕਿਉਂ ਮਾਰੇ। ਇੱਕ ਪਾਸੜ ਪ੍ਰੀਤ ਹੈ, ਪਰ ਸਾਹਿਬ ਕਹਿੰਦੇ ਇੱਕ ਪਾਸੜ ਪ੍ਰੀਤ ਹੋਣ ਦੇ ਬਾਵਜੂਦ ਉਹ ਜਾਨਵਰ ਤੱਕ ਵੀ, ਹਿਰਨ ਹੋਵੇ, ਮੱਛੀ ਹੋਵੇ, ਪੰਛੀ ਹੋਣ, ਉਹ ਆਪਣੀ ਪ੍ਰੀਤ ਨਹੀਂ ਤੋੜਦੇ, ਉਹ ਆਪਣੀ ਪ੍ਰੀਤ ਨਿਭਾਉਂਦੇ ਨੇ। ਤੇ ਗੁਰੂ ਕੇ ਸਿੱਖਾ ਤੈਨੂੰ ਤੇ ਪ੍ਰੀਤ ਦਾ ਜਵਾਬ ਪ੍ਰੀਤ ਨਾਲ ਮਿਲਦਾ ਹੈ। ਤੂੰ ਜਦ ਪ੍ਰੀਤ ਨਾਲ ਗੁਰੂ ਨੂੰ ਚੇਤੇ ਕਰਦਾ ਹੈ, ਯਾਦ ਕਰਦਾ ਹੈ, ਤੇ ਗੁਰੂ ਤੇ ਤੈਨੂੰ ਕਈ ਗੁਣਾ ਵੱਧ ਕੇ ਪਿਆਰ ਦਿੰਦਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੈ ਤਾਂ ਹੈ। ਗੁਰੂ ਤੇ ਕਰੋੜ ਪੈਂਡਾ ਅੱਗੇ ਹੋ ਕੇ ਕਦਮ ਚੱਲ ਕੇ ਤੈਨੂੰ ਗਲਵਕੜੀ ਚ ਲੈਂਦਾ ਏ, ਪਰ ਮੱਛੀ ਵਰਗਾ ਸੁਭਾਅ ਬਣਾ ਤੇ ਸਹੀ। ਉਹ ਪੁਕਾਰ ਕਰ ਤੇ ਸਹੀ ਜੋ ਤੇਰਾ ਗੁਰੂ ਕਰ ਰਿਹਾ ਏ। ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਖ ਹਾਰੇ। ਤੇਰਾ ਨਾਮ ਬੂੰਦ ਹੈ ਪਾਣੀ ਦੀ, ਮੈਂ ਚਾਤ੍ਰਿਕ ਹਾਂ, ਤਿਖ ਹਾਰੇ ਵੀ ਤ੍ਰੇਹ ਨਾਲ ਤੜਪ ਰਿਹਾ ਹੋਵਾਂ, ਉਹ ਹਾਲਤ ਹੈ। ਹਮ ਚਾਤ੍ਰਿਕ ਤਿਖ ਹਾਰੇ। ਚਾਤ੍ਰਿਕ ਬਬੀਹਾ, ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਵਾ, ਵਰਸੋ ਕਿਰਪਾ ਧਾਰ। ਸਾਹਿਬ ਕਹਿੰਦੇ ਬਾਬੀ ਇਹ ਨੇ ਪੁਕਾਰ ਕੀਤੀ ਤੇ ਉਹਦੀ ਪੁਕਾਰ ਦੇ ਵਿੱਚ ਐਸਾ ਦਰਦ ਸੀ, ਐਸੀ ਤੜਪ ਸੀ। ਮਾਲਕ ਵਾਹਿਗੁਰੂ ਜੀ ਨੇ ਮੀਂਹ ਵਰਸਾ ਦਿੱਤਾ। ਕਿਉਂਕਿ ਭਾਵੇਂ ਦੁਨੀਆ ਦੇ ਸਮੁੰਦਰ ਹੋਣ, ਜਿੰਨਾ ਮਰਜੀ ਪਾਣੀ ਹੋਵੇ, ਪਰ ਚਾਤ੍ਰਿਕ ਨੂੰ ਉਹਦੇ ਨਾਲ ਤ੍ਰਿਪਤੀ ਨਹੀਂ, ਉਹ ਨਹੀਂ ਚਾਹੀਦਾ। ਉਹਨੂੰ ਤੇ ਬਰਸਾਤ ਦੀ ਸਵਾਂਤਲੀ ਬੂੰਦ ਚਾਹੀਦੀ ਹੈ। ਤੇ ਉਹ ਬਰਸਾਤ ਦੀ ਇੱਕ ਬੂੰਦ ਜਿਹੜੀ ਉਹਦੇ ਮੁਖਾਰ ਬਿੰਦੇ 'ਚ ਪੈ ਜਾਂਦੀ ਤੇ ਉਹਦੀ ਤ੍ਰਿਪਤੀ ਹੋ ਜਾਂਦੀ ਹੈ। ਹੁਣ ਪੁਕਾਰ ਦੇ ਵਿੱਚ ਤੜਪ ਸੀ ਤੇ ਭਰੋਸਾ ਸੀ
ਤੇ ਉਹਨੇ ਪੁਕਾਰ ਕੀਤੀ, ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਵਾ ਵਰਸੋ ਕਿਰਪਾ ਧਾਰ। ਕਿ ਗੁਰੂ ਵਾਹਿਗੁਰੂ ਪੁਕਾਰ ਸੁਣਦਾ ਨਹੀਂ ਆ। ਭਾਈ ਸਾਧੂ ਜੀ ਤੇ ਰੂਪਾ ਜੀ ਪਿਓ ਪੁੱਤਰ ਖੇਤਾਂ 'ਚ ਕੰਮ ਕਰ ਰਹੇ ਨੇ। ਅੱਤ ਦੀ ਗਰਮੀ, ਧੁੱਪ ਪੈ ਰਹੀ ਹੈ, ਤੇ ਘਰੋਂ ਘੜਾ ਲਿਆਇਆ ਸੀ ਜਲ ਦਾ, ਤੇ ਉਹ ਦਰਖਤ ਦੇ ਹੇਠਾਂ ਬੰਨਿਆ ਹੋਇਆ ਸੀ। ਇਉਂ ਲਮਕ ਰਿਹਾ ਸੀ ਤੇ ਠੰਡੀ ਹਵਾ ਜੋ ਚੱਲ ਰਹੀ ਸੀ ਉਹਦੇ ਕਰਕੇ ਉਹ ਅੱਤ ਠੰਡਾ ਨਿਰਮਲ ਹੋ ਗਿਆ ਸੀ। ਪਿਆਸ ਲੱਗੀ, ਦੋਵੇਂ ਜੋ ਪੁੱਤਰ ਕਹਿੰਦੇ ਪਾਣੀ ਪੀ ਲੈਂਦੇ ਆ, ਜਲ ਛਕਦੇ ਆ। ਜਦ ਘੜਾ ਉਤਾਰਿਆ ਤੇ ਉਹ ਹੱਥਾਂ ਨੂੰ ਇੰਨਾ ਠੰਡਾ ਜਾਪਿਆ, ਸ਼ੀਤਲ। ਹੁਣ ਸਿੱਖ ਦੀ ਭਾਵਨਾ ਵੇਖੋ, ਇੱਕਦਮ ਹੀ ਸੁਰਤ ਚਲੀ ਗਈ ਗੁਰੂ ਹਰਗੋਬਿੰਦ ਸਾਹਿਬ ਵੱਲ, ਤੇ ਦੋਵੇਂ ਪਿਓ ਪੁੱਤਰ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਜਲ ਇਤਨਾ ਠੰਡਾ ਹੋ ਗਿਆ ਹੈ ਕਿ ਤੇ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਦੇ ਛਕਣ ਵਰਗਾ ਹੈ। ਤੇ ਕਿਤਨਾ ਚੰਗਾ ਹੋਵੇ, ਕਿੰਨਾ ਚੰਗਾ ਹੋਵੇ ਕਿ ਸਾਹਿਬ ਆ ਕੇ ਪਹਿਲਾਂ ਛਕਣ, ਫਿਰ ਅਸੀਂ ਛਕਦੇ ਹਾਂ। ਹੁਣ ਅੰਦਰੋਂ ਪੁਕਾਰ, ਤੜਪ ਤੇ ਭਰੋਸਾ, ਯਕੀਨ ਇਤਨਾ ਕਿ ਭਾਈ ਰੂਪਾ ਨੇ ਪਿਤਾ ਨੂੰ ਕਹਿ ਦਿੱਤਾ, ਪਿਤਾ ਜੀ ਫਿਰ ਤੇ ਅਰਦਾਸ ਕਰ ਹੀ ਦਿੰਦੇ ਆ, ਜਲ ਬਾਅਦ ਚ ਹੀ ਛਕਾਂਗੇ, ਆਪੇ ਸਤਿਗੁਰੂ ਆ ਕੇ ਛਕਾਉਣਗੇ। ਭਰੋਸਾ ਦੇਖੋ, ਅਰਦਾਸ ਤੇ ਯਕੀਨ ਹੋਵੇ, ਭਰੋਸਾ ਹੋਵੇ, ਪੂਰੀ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਦੁਪਹਿਰ ਦਾ ਵੇਲਾ ਆਰਾਮ ਕਰ ਰਹੇ ਨੇ। ਇਧਰੋਂ ਸਿੱਖਾਂ ਦੀ ਪੁਕਾਰ ਅਰਦਾਸ ਰੂਪ ਵਿੱਚ ਪੁੱਜੀ। ਸਾਹਿਬ ਉੱਠੇ, ਉਸੇ ਵੇਲੇ ਉੱਠੇ ਤੇ ਘੋੜੇ ਤੇ ਸਵਾਰ ਹੋ ਗਏ। ਸਿੱਖ ਸੇਵਕ ਹੈਰਾਨ ਵੀ ਕਿੱਧਰ, ਸਤਿਗੁਰੂ ਨੇ ਘੋੜਾ ਦੁੜਾ ਦਿੱਤਾ ਤੇ ਉੱਥੇ ਪੁੱਜ ਗਏ। ਤੇ ਆਵਾਜ਼ ਮਾਰੀ, ਭਾਈ ਸਾਧੂ, ਭਾਈ ਰੂਪਾ, ਤੁਹਾਡਾ ਪ੍ਰੇਮ ਰੂਪੀ ਜਲ ਛਕਣ ਆਏ ਹਾਂ। ਦੋਵੇਂ ਦੌੜੇ, ਇੱਕਦਮ ਚਰਨਾਂ ਤੇ ਡਿੱਗੇ। ਗੁਰੂ ਨੂੰ ਕੋਈ ਪਾਣੀ ਦਾ ਘਾਟ ਹੈ? ਗੁਰੂ ਨੂੰ ਕੋਈ ਜਲ ਦਾ ਘਾਟ ਹੈ? ਗੁਰੂ ਤੇ ਇੱਕ ਨਜ਼ਰ ਪਾਵੇ ਤੇ ਜਲ ਵੀ ਅੰਮ੍ਰਿਤ ਹੋ ਜਾਵੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵਾਂਗ। ਤੇ ਦੋਨੋਂ ਚਰਨਾਂ ਤੇ ਡਿੱਗੇ ਤੇ ਉਹਨਾਂ ਦਾ ਪਿਆਰ ਵੇਖ ਕੇ, ਭਰੋਸਾ, ਅਕੀਦਾ ਵੇਖ ਕੇ ਸਤਿਗੁਰੂ ਜੀ ਨੇ ਦੋਨਾਂ ਪਿਓ ਪੁੱਤਰ ਨੂੰ ਘੁੱਟ ਛਾਤੀ ਨਾਲ ਲਾ ਲਿਆ, ਗਲਵੱਕੜੀ 'ਚ ਲੈ ਕੇ। ਤੇ ਉਹ ਜਿਹੜਾ ਘੜਾ ਸੀ ਹੱਥਾਂ 'ਚ ਲੈ ਕੇ ਤੇ ਆਪ ਜਲ ਛਕਿਆ ਤੇ ਉਹਨਾਂ ਨੂੰ ਛਕਾਇਆ ਜਲ। ਪਰ ਉਹ ਯਕੀਨ ਹੋਵੇ ਤੇ ਸਹੀ, ਇਹੋ ਜਿਹਾ ਅਰਦਾਸ ਉੱਤੇ ਅਸੀਂ ਤੇ ਛੇਤੀ ਡੋਲ ਜਾਂਦੇ ਹਾਂ। ਮਨੁੱਖੀ ਸੁਭਾਅ ਹੈ ਨਾ। ਕੁਝ ਲੋਕ ਕਹਿ ਦਿੰਦੇ ਨੇ ਮੈਂ ਰੋਜ਼ ਹੀ ਸੀਸਗੰਜ ਸਾਹਿਬ, ਬੰਗਲਾ ਸਾਹਿਬ ਜਾਂਦਾ ਜੀ, ਮੈਂ ਤੇ ਅਰਦਾਸਾਂ ਵੀ ਕਰਦਾ, ਜੋ ਕੁਝ ਕਰਨਾ ਹੁੰਦਾ ਕਰਦਾ, ਫਿਰ ਕਿਉਂ ਨੁਕਸਾਨ ਹੋ ਗਿਆ, ਫਿਰ ਕਿਉਂ ਦੁੱਖ ਆ ਗਿਆ। ਨਹੀਂ, ਕਦੀ ਵੀ ਨੈਗੇਟਿਵ ਥਿੰਕਿੰਗ ਨਹੀਂ, ਹਮੇਸ਼ਾ ਪੋਜ਼ਿਟਿਵ ਰਹੋ, ਗੁਰੂ ਉੱਤੇ ਭਰੋਸਾ ਹਮੇਸ਼ਾ ਰੱਖੋ। ਨੁਕਸਾਨ ਤੇ ਦੁੱਖ ਦੀ ਕੋਈ ਲਿਮਿਟ ਨਹੀਂ ਆ। ਨੁਕਸਾਨ 5000 ਦਾ ਹੋਇਆ, 5 ਲੱਖ ਦਾ ਵੀ ਹੋ ਸਕਦਾ ਹੈ, 5 ਕਰੋੜ 500 ਕਰੋੜ ਜਿਨ੍ਹਾਂ ਕੋਲ ਹੈ, 5 ਕਰੋੜ 5000 ਕਰੋੜ ਦਾ ਵੀ ਨੁਕਸਾਨ ਹੁੰਦਾ। ਪਰ ਯਾਦ ਰੱਖਿਓ, ਜਦ ਗੁਰੂ ਤੇ ਭਰੋਸਾ ਤੇ ਅਰਦਾਸ ਹੋਵੇ ਨਾ ਤੇ ਉਹ ਨੁਕਸਾਨ ਘਟ ਜਾਂਦਾ, ਸੂਲੀ ਦਾ ਕੰਡਾ ਬਣ ਜਾਂਦਾ ਹੈ, ਉਤਨੇ ਵਿੱਚ ਨਿਬੜ ਜਾਂਦਾ ਜਿਤਨਾ ਅਸੀਂ ਬਰਦਾਸ਼ਤ ਕਰ ਸਕਦੇ ਹਾਂ। ਦੁੱਖ ਦੀ ਕੋਈ ਲਿਮਿਟ ਹੈ? ਬੰਦੇ ਨੂੰ ਬੁਖਾਰ ਆ ਜਾਂਦਾ, ਤੜਪ ਹੁੰਦਾ, ਉੱਠਦਾ, ਵਾਹਿਗੁਰੂ ਇਹ ਤੂੰ ਮੇਰੇ ਨਾਲ ਕੀ ਕਰ ਰਿਹਾ? ਪਰ ਕਦੀ ਸੋਚ ਕੇ ਵੇਖੋ, ਗੱਡੀ ਦੇ 'ਚ ਪਰਿਵਾਰ ਜਾ ਰਿਹਾ ਹੈ, ਐਕਸੀਡੈਂਟ ਹੋਇਆ, ਗੱਡੀ ਸਾਰੀ ਡੈਮੇਜ ਹੋ ਗਈ, ਪਰ ਪਰਿਵਾਰ ਨੂੰ ਝਰੀਟ ਵੀ ਨਹੀਂ ਆਈ। ਪਰ ਦੂਜੇ ਪਾਸੇ ਬੰਦਾ ਤੁਰਦਾ, ਪੈਦਲ ਗਿਰਦਾ ਹੈ ਜਾਂ ਸਾਈਕਲ ਤੋਂ ਗਿਰਦਾ, ਕੋਮਾ 'ਚ ਚਲਾ ਜਾਂਦਾ। ਕਿ ਦੁੱਖ ਦੀ ਕੋਈ ਲਿਮਿਟ ਹੈ? ਇਹ ਤਾਂ ਸ਼ੁਕਰਾਨਾ ਕਰਿਆ ਕਰੋ ਕਿ ਅਰਦਾਸਾਂ ਨੇ ਗੁਰੂ ਦਰਬਾਰ ਦਾ ਓਟ ਆਸਰਾ ਹੈ, ਜੋ ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਹਮੇਸ਼ਾ ਹੀ ਬਚਾ ਲੈਂਦੇ ਨੇ। ਅਰਦਾਸ ਉੱਤੇ ਭਰੋਸਾ ਤੇ ਹੋਵੇ। ਗੱਲ ਚੇਤੇ ਆ ਗਈ, ਹਿੰਦੁਸਤਾਨ ਦੀ ਲੁੱਟ ਦੀ ਗਿੱਜੇ ਹੋਏ ਪਠਾਨਾਂ ਦੇ ਦਲ ਨੇ ਨੌਸ਼ੇਰੇ ਸ਼ਹਿਰ ਦੇ ਲਾਗੇ ਲੁੰਡੇ ਦਰਿਆ ਦੇ ਕੰਢੇ ਆ ਕੇ ਡੇਰਾ ਕਰ ਲਿਆ ਤੇ ਹਮਲਾ ਕਰਨਾ ਚਾਹੁੰਦੇ ਸਨ। ਹੁਣ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਅਕਾਲੀ ਫੂਲਾ ਸਿੰਘ ਦੀ ਅਗਵਾਈ 'ਚ ਫੌਜ ਪਹਿਲਾਂ ਹੀ ਤੁਰ ਪਈ ਕਿ ਉੱਥੇ ਹੀ ਰੋਕ ਦੇਣਾ ਉਹਨਾਂ ਨੂੰ।
ਤੇ ਹਮਲਾ ਕਰਕੇ ਤੇ ਭਜਾ ਦੇਣਾ। ਜਦੋਂ ਉੱਥੇ ਪੁੱਜੇ, ਫੌਜ ਪੁੱਜੀ, ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਜਦੋਂ ਹਮਲਾ ਕਰਨ ਲੱਗੇ ਤੇ ਕਿਹਾ ਕਿ ਅਕਾਲੀ ਜੀ ਹਮਲਾ ਨਾ ਇੱਕ ਦਿਨ ਤੇ ਮੁਲਤਵੀ ਕਰ ਦਿਓ। ਕਹਿੰਦੇ ਕਿਉਂ? ਮਹਾਰਾਜਾ ਕਹਿਣ ਲੱਗੇ ਤੋਪਖਾਨਾ ਨਹੀਂ ਪੁੱਜਿਆ ਹਾਲੇ, ਤੇ ਤੋਪਾਂ ਤੋਂ ਬਿਨਾਂ ਕੀ ਜੰਗ ਕਰਾਂਗੇ। ਅਕਾਲੀ ਫੂਲਾ ਸਿੰਘ ਨੇ ਕਿਹਾ ਮਹਾਰਾਜਾ ਜੀ ਧਾ ਚੜੇ ਸਿੰਘ ਨਹੀਂ ਰੁਕਦੇ, ਦੁਸ਼ਟਾਂ ਨੂੰ ਸਾਵੇਂ ਢੁੱਕਦੇ, ਸਾਨੂੰ ਕਿਸੇ ਤੇ ਤਾਕ ਨਾ, ਮਾਲਕ ਤੋਂ ਬਿਨ ਕੋਈ ਝਾਕ ਨਾ, ਤੋਪ ਨਹੀਂ ਅਰਦਾਸ ਹੈ, ਸਤਿਗੁਰ ਦੀ ਬਖਸ਼ੀ ਮੇਰੇ ਪਾਸ ਹੈ, ਤੋਪ ਨਹੀਂ ਅਰਦਾਸ ਹੈ, ਸਤਿਗੁਰ ਦੀ ਬਖਸ਼ੀ ਮੇਰੇ ਪਾਸ ਹੈ। ਕੀ ਹੋਇਆ? ਤੋਪ ਨਹੀਂ, ਤੋਪਖਾਨਾ ਨਹੀਂ, ਅਰਦਾਸ ਤਾਂ ਹੈ ਨਾ। ਪਜ ਸਦ ਭੁਜੰਗੀ ਪਾਸ ਉਨ, ਪੰਜਾਂ ਪਿਆਰਿਆਂ ਨੂੰ ਬੁਲਾ ਲਿਆ। ਪੰਜ ਸਦ ਭੁਜੰਗੀ ਪਾਸ ਉਨ, ਸੋਧੀ ਤਦ ਅਰਦਾਸ ਉਨ, ਸਿੰਘ ਨਹੀਂ ਜੇ ਸਿੱਧਾ ਜਾਏ ਨਾ, ਸਨਮੁਖ ਸ਼ਹੀਦੀ ਪਾਏ ਨਾ, ਸਿੰਘ ਨਹੀਂ ਜੇ ਸਿੱਧਾ ਜਾਏ ਨਾ, ਸਨਮੁਖ ਸ਼ਹੀਦੀ ਪਾਏ ਨਾ। ਇਸ ਕੀਤੀ ਅਰਦਾਸ ਨੇ ਅਕਾਲੀ ਫੂਲਾ ਸਿੰਘ ਤੇ ਉਸ ਫੌਜ ਦੇ ਵਿੱਚ ਐਸਾ ਜਜ਼ਬਾ ਭਰ ਦਿੱਤਾ, ਮਹਾਰਾਜਾ ਰਣਜੀਤ ਸਿੰਘ ਵੀ ਹੈਰਾਨ ਹੋ ਗਏ ਤੇ ਹਮਲਾ ਕੀਤਾ ਗਿਆ। ਤੇ ਕੁਝ ਸਮੇਂ ਦੇ ਵਿੱਚ ਹੀ ਪਠਾਣਾਂ ਦਾ ਟਿੱਡੀ ਦਲ ਖੇਰੂ ਖੇਰੂ ਹੋ ਕੇ ਪਿੱਠ ਵਿਖਾ ਕੇ ਦੌੜ ਗਿਆ, ਫਤਿਹ ਹੋ ਗਈ। ਤੇ ਅਕਾਲੀ ਫੂਲਾ ਸਿੰਘ ਨੇ ਕੇਸਰੀ ਨਿਸ਼ਾਨ ਝੰਡਾ ਉੱਚੀ ਪਹਾੜੀ ਤੇ ਲਹਿਰਾ ਦਿੱਤਾ, ਜੋ ਅੱਜ ਵੀ ਇਤਿਹਾਸ ਵਿੱਚ ਦੱਸ ਰਿਹਾ ਹੈ, ਇੱਕ ਭੇਦ ਮੇਰੇ ਪਾਸ ਹੈ, ਤੋਪ ਤੋਂ ਵੱਧ ਅਰਦਾਸ ਹੈ, ਇੱਕ ਭੇਦ ਮੇਰੇ ਪਾਸ ਹੈ, ਤੋਪ ਤੋਂ ਵੱਧ ਅਰਦਾਸ ਹੈ। ਇਹ ਕੀ ਹੈ? ਇਹ ਅਰਦਾਸ ਹੀ ਤੇ ਹੈ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਇਹਨਾਂ ਬਚਨਾਂ ਰਾਹੀਂ ਕਰ ਰਹੇ ਨੇ। ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਖ ਹਾਰੇ, ਤੇਰਾ ਨਾਮ ਅੰਮ੍ਰਿਤ ਜਲ ਉਹ ਬੂੰਦ ਹੈ, ਅਸੀਂ ਚਾਤ੍ਰਿਕ ਪਿਆਸੇ ਹਾਂ। ਤੁਮਰੀ ਆਸ ਪਿਆਸਾ ਤੁਮਰੀ, ਤੁਮ ਹੀ ਸੰਗ ਮਨ ਲੀਨਾ ਜੀਓ। ਤੁਹਾਡੇ ਉੱਤੇ ਹੀ ਆਸ ਹੈ ਤੇ ਪਿਆਸ ਵੀ ਤੁਹਾਡੀ ਹੀ ਹੈ। ਹੁਣ ਹੋਵੇ ਨਾ ਇਹੋ ਜੀ ਪਿਆਸ, ਹਰ ਦਰਸ਼ਨ ਕਉ ਮੇਰਾ ਮਨ ਬਹੁ ਤਪਤੈ, ਜੋ ਤਿਰਖਾਵੰਤ ਬਿਨ ਨੀਰ, ਨੀਰ ਪਾਣੀ, ਤਿਰਖਾਵੰਤ ਬਹੁਤ ਪਿਆਸਾ, ਮੇਰੇ ਮਨ ਪ੍ਰੇਮ ਲੱਗੋ ਹਰ ਧੀਰ। ਜਿਸ ਤਰ੍ਹਾਂ ਨਾ ਅੱਤ ਦਾ ਪਿਆਸਾ ਮਨੁੱਖ ਹੋਵੇ ਤੇ ਪਾਣੀ ਲੱਭ ਰਿਹਾ ਉਹਨੂੰ ਮਿਲ ਨਾ ਰਿਹਾ, ਹੁਣ ਅਸੀਂ ਕੀ ਜਾਣੀਏ ਪਾਣੀ ਦੀ ਕਦਰ। ਪਤਾ ਤੇ ਉਹਨੂੰ ਹੁੰਦਾ ਹੈ ਨਾ ਜੋ ਕਿਤੇ ਰੇਗਿਸਤਾਨ ਦੇ ਵਿੱਚ ਪਾਣੀ ਹੋਵੇ ਨਾ ਤੇ ਤੜਪ ਰਿਹਾ ਹੋਵੇ ਪਿਆਸ ਨਾਲ, ਉਹਨੂੰ ਕਦਰ ਪੈਂਦੀ ਹੈ ਪਾਣੀ ਦੀ। ਆਮ ਮਨੁੱਖ ਨੂੰ ਕੀ ਕਦਰ? ਤੇ ਬਿਲਕੁਲ ਇਉਂ ਜਿਹਨੇ ਨਾਮ ਨਾਲ ਪ੍ਰੀਤ ਪਾਈ ਨਹੀਂ, ਜਿਹਨੂੰ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਦੀ ਪਿਆਸ ਲੱਗੀ ਨਹੀਂ, ਉਹ ਕੀ ਜਾਣੇ। ਸੋ ਕਤ ਜਾਣੈ ਪੀਰ ਭਰਾਈ, ਜਾਕੈ ਅੰਤਰ ਦਰਦ ਨਾ ਪਾਈ। ਪਰ ਗੁਰੂ ਰਾਮਦਾਸ ਸਾਹਿਬ ਜੀ ਨੇ ਪੁਕਾਰ ਕੀਤੀ, ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤੈ, ਤੇ ਪੁਕਾਰ ਪੂਰੀ ਹੋ ਗਈ। ਉਹ ਪੂਰਾ ਸਮੁੰਦਰ ਹੀ ਪ੍ਰਮਾਤਮਾ ਦੇ ਰੂਪ ਵਿੱਚ ਅੰਮ੍ਰਿਤ ਜਲ ਦਾ ਮਿਲ ਗਿਆ। ਸਾਹਿਬ ਕਹਿੰਦੇ ਨੇ ਕਿਉਂ? ਕਹਿੰਦੇ ਤੁਮ ਹੀ ਸੰਗ ਮਨ ਲੀਨਾ ਜੀਓ। ਕਹਿੰਦੇ ਇਹ ਮਨ ਜਿਹੜਾ ਹੈ ਨਾ, ਇਹ ਤੁਹਾਨੂੰ ਹੀ ਅਰਪਣ ਕਰ ਦਿੱਤਾ ਹੈ, ਤੁਹਾਡੇ ਨਾਲ ਹੀ ਜੋੜ ਦਿੱਤਾ ਹੈ। ਤੇ ਅੱਗੇ ਸਾਹਿਬ ਕਹਿੰਦੇ ਨੇ ਜਿਉ ਬਾਰਿਕ ਪੀ ਖੀਰ ਅਘਾਵੈ, ਜਿਸ ਤਰ੍ਹਾਂ ਇੱਕ ਬੱਚਾ, ਖੀਰ ਦਾ ਮਤਲਬ ਹੈ ਪਾਣੀ, ਖੀਰ ਆਧਾਰ ਬਾਰਿਕ ਜਬ ਹੋਤਾ, ਬਿਨ ਖੀਰੇ ਰਹਿਣ ਨਾ ਜਾਈ। ਜਦ ਦੁੱਧ ਦੇ ਆਸਰੇ ਤੇ ਬੱਚਾ ਹੁੰਦਾ ਹੈ ਨਾ, ਤੇ ਬੱਚੇ ਤੋਂ ਦੁੱਧ ਤੋਂ ਬਿਨਾਂ ਰਿਹਾ ਨਹੀਂ ਜਾਂਦਾ, ਦੁੱਧ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਤੇ ਬੱਚਾ ਰੋ ਕੇ ਪੁਕਾਰ ਕਰਦਾ ਹੈ ਤੇ ਮਾਂ ਦੌੜ ਕੇ ਆਪਣੀ ਗੋਦ 'ਚ ਲੈ ਲੈਂਦੀ ਹੈ ਤੇ ਬੜੇ ਪਿਆਰ ਦੁਲਾਰ ਨਾਲ ਉਹਨੂੰ ਉਹ ਅੰਮ੍ਰਿਤ ਵਰਗਾ ਦੁੱਧ ਪਿਵਾਉਂਦੀ ਹੈ। ਤੇ ਬੱਚਾ ਦੁੱਧ ਪੀ ਰਿਹਾ ਹੁੰਦਾ ਤੇ ਰੱਜ ਮਾਂ ਜਾਂਦੀ ਹੈ, ਕੁਰਬਾਨ ਜਾਂਦੀ ਹੈ ਮਾਂ। ਕਹਿੰਦੇ ਵਾਹਿਗੁਰੂ ਵੀ ਤੇ ਸਾਡੀ ਮਾਂ ਏ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਤੂੰ ਕਦੀ ਮਾਂ ਵਾਂਗੂ ਦੀ ਪੁਕਾਰ ਤਾਂ ਕਰ। ਜੇ ਕੀਤੀ ਪੁਕਾਰ, ਬਾਬਾ ਰਵਿਦਾਸ ਜੀ ਨੇ ਰਾਮਈਆ
ਹਾਂ ਬਾਰਿਕ ਤੇਰਾ। ਰਾਮ ਪਲਸ ਮਈਆ, ਦੋ ਸ਼ਬਦਾਂ ਦਾ ਜੋੜ। ਰਾਮ ਜੋ ਸ੍ਰਿਸ਼ਟੀ ਚ ਰਮਿਆ ਹੋਇਆ ਤੇ ਮਈਆ ਮਾਂ, ਨਾਮ ਦਿੱਤਾ ਵਾਹਿਗੁਰੂ ਨੂੰ। ਰਾਮਈਆ ਹੂੰ ਬਾਰਿਕ ਤੇਰਾ, ਕਾਇ ਨਾ ਖੰਡਸਾ ਗੁਣ ਮੇਰਾ। ਸੋਤਾ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤਨਾ ਰਾਖਸ ਤੇ। ਦੇਖੋ ਕਿਹੋ ਜਿਹਾ ਯਕੀਨ ਭਰੋਸਾ ਹੈ ਤੇ ਰਿਸ਼ਤਾ ਕਿਹੋ ਜਿਹਾ ਜੋੜਿਆ ਹੈ ਕਿ ਤੂੰ ਤੇ ਮਾਂ ਹੈ ਮੇਰੀ। ਮੈਂ ਤੈਨੂੰ ਨਹੀਂ ਵੇਖਿਆ ਪਰ ਮੈਂ ਆਪਣੀ ਮਾਂ ਨੂੰ ਤੱਕਿਆ ਤੇ ਮੈਨੂੰ ਇਉਂ ਲੱਗਿਆ ਤੂੰ ਬਿਲਕੁਲ ਮੇਰੀ ਮਾਂ ਵਰਗਾ ਹੈ। ਉਹ ਵੀ ਬੱਚਿਆਂ ਨੂੰ ਭੁੱਖਿਆ ਨਹੀਂ ਰਹਿਣ ਦਿੰਦੀ, ਭਾਵੇਂ ਬੱਚੇ ਗੁਨਾਹ ਵੀ ਕਰਦੇ ਨੇ ਤਾਂ ਵੀ ਮਾਂ ਉਹਨਾਂ ਨੂੰ ਭੁੱਖਿਆ ਨਹੀਂ ਰਹਿਣ ਦਿੰਦੀ। ਤੇ ਤੂੰ ਵੀ ਸਾਡੇ ਗੁਨਾਹਾਂ ਨੂੰ ਵੇਖ ਕੇ, ਗਲਤੀਆਂ ਨੂੰ ਵੇਖ ਕੇ ਸਾਨੂੰ ਭੁੱਖਿਆ ਨਹੀਂ ਰਹਿਣ ਦਿੰਦਾ। ਤੂੰ ਤੇ ਮਾਂ ਕੋਲ ਪਹਿਲਾਂ ਹੀ ਜਲ ਇਹ ਰਿਜ਼ਕ ਭੇਜ ਦਿੰਦਾ ਹੁੰਦਾ ਹੈ। ਪਹਿਲੋਂ ਦੇਤਾ ਰਿਜ਼ਕ ਸੰਭਾਹਾ, ਪਿੱਛੋਂ ਦੇਤਾ ਜੰਤ ਉਪਾਹਾ। ਤੈਨੂੰ ਪਹਿਲਾਂ ਹੀ ਪਤਾ ਕਿ ਬੱਚਾ ਕੁਝ ਹੋਰ ਖਾ ਨਹੀਂ ਸਕਦਾ, ਪਚਾ ਨਹੀਂ ਸਕਦਾ, ਉਹਦੇ ਦੰਦ ਨਹੀਂ ਹਨ, ਤੇ ਤੂੰ ਪਹਿਲਾਂ ਹੀ ਅੰਮ੍ਰਿਤ ਜਲ ਭੇਜ ਦਿੱਤਾ, ਅੰਮ੍ਰਿਤ ਦੁੱਧ ਭੇਜ ਦਿੱਤਾ ਮਾਂ ਕੋਲ। ਇਹੋ ਜਿਹਾ ਭਰੋਸਾ ਯਕੀਨ ਹੋਵੇ ਤੇ ਫਿਰ ਮਾਲਕ ਵਾਹਿਗੁਰੂ ਆਪ ਕਿਰਪਾ ਕਰਕੇ ਉਹ ਦੁੱਧ ਵੀ ਪਿਵਾਉਂਦਾ ਹੈ ਤੇ ਅੰਮ੍ਰਿਤ ਜਲ ਵੀ ਪਿਵਾਉਂਦਾ ਹੈ ਤੇ ਕਿਰਪਾ ਵੀ ਵਰਸਾਉਂਦਾ ਹੈ। ਜਿਉ ਨਿਰਧਨ ਧਨ ਦੇਖ ਸੁਖ ਪਾਵੈ। ਹੁਣ ਅਮੀਰ ਜਿਹਦੇ ਕੋਲ ਕਰੋੜਾਂ ਅਰਬਾਂ ਰੁਪਏ ਨੇ, ਜਿਹਦੇ ਕੋਲ ਜਗ੍ਹਾ ਨਹੀਂ ਰੱਖਣ ਦੀ, ਕਮਰੇ ਭਰੇ ਹੋਏ ਨੇ, ਤਿਜੋਰੀਆਂ ਭਰੀਆਂ ਹੋਈਆਂ ਨੇ, ਵੇਖਦੇ ਹੋ ਨਾ ਕਈ ਵਾਰੀ ਨਿਊਜ਼ ਚੈਨਲਾਂ ਤੇ ਕਿੰਨਾ ਕਿੰਨਾ ਲੋਕਾਂ ਕੋਲ ਪੈਸਾ ਨਿਕਲਦਾ ਹੈ। ਇਹ ਪਿੱਛੇ ਕਲਕੱਤੇ ਵੱਲ ਕਿਸੇ ਕੋਲ ਕਿੰਨਾ ਕੁ ਨਿਕਲਿਆ, ਜਾਂ ਹੋਰ ਜਗ੍ਹਾਵਾਂ ਤੇ ਕਿੰਨਾ ਕੁ ਨਿਕਲਦਾ ਹੈ। ਹੁਣ ਉਹਨਾਂ ਨੂੰ ਕੀ ਪ੍ਰਸੰਨਤਾ। ਹਾਂ ਇਹ ਜ਼ਰੂਰ ਹੈ ਭੁੱਖ ਨਹੀਂ ਮਿਟਦੀ। ਸੈਸ ਖਟੇ ਲੱਕੋ ਟਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਅਨੇਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖੱਪ ਖੱਪ ਮਰੈ। ਪਰ ਪ੍ਰਸੰਨਤਾ ਤੇ ਉਹਨੂੰ ਹੋਵੇਗੀ ਨਾ ਜਿਸ ਵਿਚਾਰੇ ਕੋਲ ਹੈ ਹੀ ਨਹੀਂ ਧਨ ਦੌਲਤ, ਜੋ 200-400 500 ਕਮਾਉਂਦਾ ਹੈ ਤੇ ਰੋਜ਼ ਹੀ ਘਰ 'ਚ ਖਰਚ ਹੋ ਜਾਂਦਾ ਹੈ। ਉਹਨੂੰ ਤੇ ਇਹ ਫਿਕਰ ਲੱਗੀ ਰਹਿੰਦੀ ਹੈ ਕਿ ਘਰ ਵਿੱਚ ਕੋਈ ਬਿਮਾਰ ਹੋ ਗਿਆ, ਦਵਾਈ ਕਿੱਥੋਂ ਦਿਵਾਵਾਂਗਾ। ਉਹ ਤੇ ਬਿਮਾਰ ਹੁੰਦਾ ਤਾਂ ਵੀ ਦਿਹਾੜੀ ਤੇ ਜਾਂਦਾ ਵਿਚਾਰਾ, ਨਹੀਂ ਤੇ ਬੱਚੇ ਭੁੱਖੇ ਸੌਣਗੇ। ਉਹ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਿ ਦਾਸ ਦੇ ਐਸੇ ਐਸੇ ਵੀ ਮਿੱਤਰ ਜੋ ਕਹਿੰਦੇ ਨੇ ਕਿ ਜੀ ਦਰਬਾਰ ਸਾਹਿਬ ਦਾ 40,000 ਰੱਖਿਆ 40 ਸਾਲ। ਉਹ ਕਿਸ ਤਰ੍ਹਾਂ ਜੀ? ਕਹਿੰਦੇ ਜੀ 40 ਦਿਨਾਂ ਦੀ ਪਲੇਨ ਦੀ ਟਿਕਟਾਂ ਪਹਿਲਾਂ ਹੀ ਕਰਾ ਲਈਆਂ ਨੇ। ਸਵੇਰੇ 5:15 ਵਜੇ ਏਅਰ ਇੰਡੀਆ ਦੀ ਫਲਾਈਟ, ਦਰਸ਼ਨ ਕੀਤੇ ਤੇ 9-9:30 ਵਜੇ ਉੱਥੋਂ ਤੁਰੇ ਤੇ 11 ਵਜੇ ਆਪਣੇ ਆਫਿਸ, 12 ਵਜੇ ਆਫਿਸ ਵੀ ਪੁੱਜ ਗਏ। ਤੇ ਇਸ ਤਰ੍ਹਾਂ 40 ਦਿਨ ਜਾਣਾ ਹੈ ਜੀ ਮੈਂ। ਬਹੁਤ ਚੰਗੀ ਗੱਲ ਹੈ ਭਈ, ਜੇ ਤੇਰੇ ਕੋਲ ਸਾਧਨ ਹੈ ਦਰਬਾਰ ਸਾਹਿਬ ਜਾਣਾ ਚਾਹੀਦਾ ਹੈ, ਕੋਈ ਮਨਾ ਨਹੀਂ। ਪਰ ਕਿਤਨਾ ਚੰਗਾ ਹੋਵੇ ਜੇ ਕੋਈ ਉਪਰਾਲਾ ਇਹੋ ਜਿਹਾ ਵੀ ਹੋ ਜਾਵੇ ਜੋ ਯੂਪੀ, ਰਾਜਸਥਾਨ, ਉੱਤਰਾਖੰਡ ਦੇ ਕੁਝ ਗਰੀਬ ਸਿੱਖਾਂ ਦੇ ਪਿੰਡ ਜੋ ਸਿਰਫ ਦਿਹਾੜੀਦਾਰ ਨੇ, ਉਹਨਾਂ ਵਿੱਚੋਂ 100-200 ਨੂੰ ਤੂੰ ਦਿਹਾੜੀ ਦੇ ਕੇ, ਨਾਲ ਟ੍ਰੇਨ ਦਾ ਖਰਚਾ ਦੇ ਕੇ 5-7 ਦਿਨਾਂ ਦੀ ਦਿਹਾੜੀ ਦੇ ਦਿੱਤੀ ਤੇ ਦਰਸ਼ਨ ਕਰਾ ਦਵੇਂ, ਭਾਵੇਂ 2 ਪ੍ਰਾਣੀਆਂ ਨੂੰ ਹੀ ਕਰਾ ਦੇ। ਜੋ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਉਦੋਂ ਮਿਲੇਗੀ ਨਾ, ਜੋ ਗੁਰੂ ਦੀ ਖੁਸ਼ੀ ਉਦੋਂ ਮਿਲੇਗੀ ਨਾ, ਉਹ ਸ਼ਾਇਦ ਇਸ ਤਰ੍ਹਾਂ ਵੀ ਨਾ ਮਿਲ ਸਕੇ 40 ਦਿਨ ਜਾ ਕੇ। ਜੋ ਭੁੱਖਿਆਂ ਨੂੰ ਰਜ਼ਾ ਕੇ, ਭੁੱਖਿਆਂ ਨੂੰ ਯਾਤਰਾ ਕਰਾ ਕੇ, ਗੁਰੂ ਦੇ ਦੀਦਾਰ ਕਰਾ ਕੇ ਜੋ ਪ੍ਰਸੰਨਤਾ ਮਿਲਦੀ ਹੈ, ਉਹ ਸ਼ਾਇਦ ਉਹ ਸਮਾਂ ਹੁੰਦਾ ਸੀ ਕਿ ਲੋਕ ਬੈਲ ਗੱਡੀਆਂ ਭਰ ਭਰ ਕੇ ਤੇ ਯਾਤਰਾ ਤੇ ਜਾਂਦੇ ਹੁੰਦੇ ਸੀ, ਕਿਉਂਕਿ ਉਦੋਂ ਕਾਰਾਂ ਟ੍ਰੇਨਾਂ ਨਹੀਂ ਸਨ ਹੁੰਦੀਆਂ। ਇੱਧਰ ਨਾ ਇੱਕ ਰਾਜਕੋਟ ਦੇ ਵਿੱਚ ਗੁਰੂ ਕਾ ਸਿੱਖ ਹੈ ਹਰੀ ਸਿੰਘ, ਸਿੰਧੀ ਸਿੱਖ ਹੈ। ਉਸ ਦਾ ਜਜ਼ਬਾ ਵੇਖ ਕੇ ਹੈਰਾਨ ਹੁੰਨਾ ਵਾਂ, ਉਹਦਾ ਪ੍ਰਚਾਰ ਕਰਨ ਦਾ ਤਰੀਕਾ। ਉਹ ਕੀ ਕਰਦੇ ਨੇ, ਆਪਣਾ ਦਸਵੰਧ ਕੱਢ ਕੇ
हर दूजे तीजे महीने उतों ट्रेन दियां बोगियां बुक कराउणियां ते लोकल लोग जिहड़े ने गुजराती मराठी उन्हां नूं दरबार साहब बारे दसदे ने ते उन्हां दी चंगे तरीके नाल सारा राह दा खर्चा टिकटां दे के ते दरबार साहब लियाउणा ते दरबार साहब लिया के उन्हां नूं दर्शन कराने नाले इतिहास की जानकारी देनी। वो जे किते उत्थे 200 बंदे आ गए तो 200 बंदे ते वो गल 2000 2 लाख लोगों तक पहुँचाउणगे। साडे गुरु का कितना प्रचार हो रहा है। जो हुणे ही भाई रणजीत सिंह ने गल कीती, असल विच सीसगंज साहब होवे, बंगला साहब होवे, दरबार साहब होवे, जे कोई अणमतिया दर्शन करन आ रहा है उन्हें साडे गुरु बारे सुनिया पर उन्होंने विचारे नूं पता नहीं सिर ढकण दा। ते दो ही ते तरीके ने इत्थे सिर ढकण दा इंतजाम है, उन्होंने या ते रुमाल पलक जो भी इंतजाम है बाहों फड़ के बड़े प्यार नाल दे दिओ कि वीरा दरबार च इउं सिर ढक के जाना, उन्हें ढक लेना। तो दूजा तरीका कि सेवादार हुण भावें कोई होर होवे, वलंटियर सेवादार भी कई बन जाते हैं संगत विचों, ते दौड़ के पकड़ के बाहों झंझोड़ दिता। तुझे पता नहीं सिर ढक के आना है, अगला डर ही जाएगा व्यवहार वेख के। कई बारी वेखदा कि वाश बेसन लगे होंदे ने गुरुद्वारियां दे बाहर, ते आप ही कोई प्रेमी आवेगा लिखवा के ले आवेगा ते उत्थे फट्टी ला देगा यह कुल्ला करना मना है। भी क्यों कुल्ला करना मना है? घर कादे लई वरतदे हो इहनूं? इहदा मतलब ये थोड़ा कि गुरु दरबार च उधर दूर टॉयलेट बाथरूम बने ने ते उत्थे लिख दिता जावे जी यहाँ ये सब करना भी मना है। हर एक कोल एसी गड्डी थोड़ा है, कोई आ रहा है पैदल, कोई बस च आ रहा है। चलो अजकल तो ठंड है, पोल्यूशन तो हुण भी बहुत है, पर गर्मियां दे च वेखदे हो किन्नी धूल मिट्टी उड़दी है, अखां च पैंदी है। कोई मोटरसाइकिल ते आ रहा है, वो अगला सोचदा है कि मैं जी अखां नूं मूँह नूं छिट्टे मार लिया पानी दे, कुल्ला कर लिया तो इहदे च की पाप हो गया? उत्ते चीज़ बनी वाश बेसन है ही इसे लिए, पर असी कई बारी ना बिना सोचे कुछ गल्लां करते हैं। कोई जे उत्थे इस तरह हथ धो रहा वे, मूँह नूं छिट्टा मारे तो उन्हें पकड़ के झंझोड़ दिता जोर दी। कई बारी की हुंदा है कि कोई जिहड़ा बच्चा नौजवान सिख या कोई इहो जिहा जो पटका बन के आ गया है, तरीका चंगा ये है कि उन्होंने बड़े प्यार नाल साइड बुला के कह दे पुत्र जी तेरे सिर उत्ते ना दस्तार बड़ी कमाल जचेगी, तू बहुत सोहना लगेगा, गुरु ने तेनों सिर दी दस्तार दिती है, ताज दिता है, अगे तो दस्तार बन के आया कर। जे प्यार नाल कहोगे, कई सीसगंज साहब ये 7-8 सालां दे दौरान ही दास नाल गलबात हुंदे हुंदे जमुना पार दे 3-4 परिवार सिੱਖੀ ਸਰੂਪ ਵਿੱਚ आ गए। किन्ने नौजवान जिहड़े ने उन्होंने सेवादारां तो पग बन्ननी सिख लई, दास दे ही उत्थे बैठ के ते सिੱਖੀ ਸਰੂਪ ਵਿੱਚ आ गए। प्यार नाल गल कीती जावे, भगत पूरन सिंह पिंगलवाड़े वर्गे महान शख्सियतां ब्राह्मण सन, गुरु दरबार की संगत ते पंगत की मर्यादा वेख के भी उत्थे महाराजा भुपिंदर सिंह पटियाला रियासत का महाराजा लंगर छक रहा है तो उत्थे बिठा के उन्होंने छकाया गया। तो किसी धर्म मंदिर विचों उन्होंने किसी वेले धक्का मार के भी कढ़ दिता गया सी। उन्होंने आप अपनी जीवनी दे दस्या, पर जद इन्ना प्यार सत्कार गुरु दरबार विच मिलिया, गुरु दे ही होके रह गए। प्रोफेसर साहब सिंह वर्गी शख्सियत जिन्होंने गुरु ग्रंथ साहब जी का कमाल का तर्जमा किया, बड़ियां शख्सियत ने जे प्यार नाल गल करो वो जुड़ जाते हैं। ये खास करके सेवादार वीरां नूं ते मेरी बेनती है
कि हमेशा यतन करो किसी नाल भी कौड़ा नहीं बोलना। जद तक कोई सिरों पानी ही ना लंघ जावे कि कोई बेअदबी वाली गल कर रहा है या कोई ओहो जी बहुत गलत हरकत कर रहा तो उन्होंने रोकना जायज़ है, पर जो भुलेखे च सिर्फ सिर नहीं ढक रहा है या उन्होंने पता नहीं है किसी गल का, तो उन्होंने बड़ा प्यार नाल समझा दिता जाए। किन्नी कमाल दी मिठी बोली है साडे गुरु दी। साहब कहंदे ज्यों त्रिखा वंत जल पीवत ठंडा, त्यों हर संग ए मन पीना जियो। कहंदे जिस तरह ना एक प्यासा बंदा अत दी त्रेह नाल तड़प रिया, ਉਹਨੂੰ ठंडा जल पानी मिल जावे, ते कहंदे जिस तरह ਉਹ ਤ੍ਰਿਪਤ हो जाता, त्यों इस तरह त्यों हर संग ए मन पीना जियो। जिस तरह ना ਉਹਦਾ अंदर भिज गया ठंडे जल नाल, हरिया भरिया हो गया अंदर तक, वो जो अत प्यासा सी अत दी गर्मी दे विच। ते गुरु अर्जन देव साहब जी कहते मालक वाहिगुरु तेरा नाम जल जद मैनू मिलता है ना, तो मैं बिल्कुल इउं अंदर तक भिज जाता हाँ, अंदर तक भिज जाता हाँ। ज्यों अंधियार है दीपक प्रगासा, जिस तरह अंधेरे दे विच दीवा चानण कर दिंदा है, दीवा चानण कर दिंदा है। देखो अंधेरा जिहड़ा है ना, ये दुख का प्रतीक है, ते चानना सुख का प्रतीक है। किसी घर च मौत हो जाए, बंदा बर्बाद हो जाए, वड्डा घाटा पै जाए, तो बंदा उदास होके एक पासे जाके बैठ जाता। कई बारी ना शामां वेले लाइटां भी नहीं जलाइयां, कोई आया भी की गल है सज्जणा, लाइटां भी नहीं जगाइयां, चानना नहीं किया। वो कहंदा हुण काहदा चानना, हुण तां जिंदगी च ही अंधेरा हो गया, हुण काहदा चानना। पर इस तों विपरीत किसी घर दे च विआह दा वेला है, बच्चे ने जन्म लिया, कारोबार दे च बहुत वड्डा वाधा होया है, या गुरु दा गुरपुरब है, तो बंदा की करदा है, भावें पहलां तो लाइटां ने बाहर घरां दे बाहर फिर चानना कर दिता जांदा है, लाइटां ला दित्तियां जांदियां ने। हुण की साबित कर रहा है, किसी नूं पुछण दी लोड़ थोड़ा, वो चानना दसदा इस घर दे च सुख वरत रहा है। भाव कि चानना सुख का प्रतीक है, अंधेरा दुख का प्रतीक है। तो फिर अंधेरे दे च ठेडे बड़े लगते ने। जिस बैडरूम दे विच तुसी 25 सालों तो रह रहे हो, हर एक चीज़ की पछाण है, पर अंधेरा हो गया, लाइट चली गई, सारी पछाण गवाच गई। अंधेरे का काम है पछाण गवा देना, तो उस वेले लाइट आ गई तो हर एक चीज़ की पछाण। चानने का काम है पछाण करवा देना। ते फिर अंधेरे दे विच बैड दा या सोफे दा कोई कोना गोडे ते लगदा है या बंदा डिग भी पैंदा है, दुख है ना, अंधेरा दुख है, दुख दिंदा है। चानने च बंदा पाप करन तो डरदा है, पर अंधेरे दे विच मनुख किसे दे भी तन उत्ते हथ पा सकदा है, जिहड़े अग्यानी बंदे ने कर दिंदे ने। ते साहब कहंदे एक ते अंधेरा बाहर दा है, एक अंधेरा सजना अंदर दा भी है। याद रखी, जिन्हां कोल अज्ञानता रूपी अंधेरा है ना, चानना होवे, सूरज चढ़िया होवे, भरे दोपहरे भी वो किसी चौराहे दे उत्ते किसी दी इज्जत उत्ते हथ पाउण तो पापी लोग नहीं डरदे, किसी नूं कतल करन तो नहीं डरदे, क्योंकि उन्हां दे अंदर अंधेरा, अंधियार है दीपक चाहिए, एक बस्त अगोचर लही है, बस्त अगोचर पाई घट दीपक रहा समाई। ते गुरु अर्जन देव साहब जी कहंदे जिस तरह दीवा जगदा है ते चानना कर दिंदा है। विद्वाना ने लिखिया कि जिस वेले गुरु नानक देव साहब सतगुरु जी का प्रकाश होया ना, ते कहंदे उदों 12 मोही दीवा उस कमरे दे विच जल रहा सी, जिथे दाई दौलतां दे हत्थां दे विच सतगुरु गुरु नानक देव साहब जी ने जन्म लिया। जद लाइट नहीं सी हुंदी ना, उदों गरीब लोग एक दीवा मिट्टी दा बालदे सन, पर अमीर लोग
ਉਹ ਇਹੋ ਜਿਹਾ ਦੀਵਾ ਤਿਆਰ ਕੀਤਾ ਜਾਂਦਾ ਸੀ ਜਿਹਦੇ ਵਿੱਚ 6-6 ਦੀਵੇ ਮੜੇ ਹੁੰਦੇ ਸਨ। 12-12 ਦੀਵਿਆਂ ਵਾਲਾ 12 ਮੁਖੀ ਦੀਵਾ ਵੀ ਹੁੰਦਾ ਸੀ। ਤੇ ਕਹਿੰਦੇ ਦਾਈ ਕਹਿੰਦੀ 12 ਮੁਖੀ ਦੀਵਾ ਜਲ ਰਿਹਾ ਸੀ, ਹਰ ਪਾਸੇ ਪੂਰਾ ਚਾਨਣਾ ਸੀ। ਪਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਦ ਪ੍ਰਕਾਸ਼ ਲਿਆ, ਐਸਾ ਨੂਰ, ਐਸਾ ਪ੍ਰਕਾਸ਼, ਕਹਿੰਦੇ ਮੈਂ ਤੇ ਹੈਰਾਨ ਹੋ ਗਈ। ਹੋਵੇ ਵੀ ਕਿਉਂ ਨਾ, ਜਿਸ ਗੁਰੂ ਬਾਰੇ ਕਿਹਾ ਜਾਂਦਾ, ਜੇ 100 ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਹੋਰ ਅੰਧਾਰ। ਕਦੀ ਕਦੀ ਸੋਚਦਾ ਕਿ ਜਦੋਂ ਸੂਰਜ ਚੜ੍ਹਦਾ ਹੈ ਤੇ ਤਾਰੇ ਛੁਪ ਜਾਂਦੇ ਨੇ, ਤੇ ਬੰਦੇ ਨੂੰ ਭੁਲੇਖਾ ਪੈਂਦਾ ਕਿ ਸੂਰਜ ਨੇ ਸ਼ਾਇਦ ਤਾਰਿਆਂ ਨੂੰ ਮਾਰ ਮੁਕਾਇਆ ਹੈ। ਪਰ ਐਸੀ ਗੱਲ ਨਹੀਂ ਹੁੰਦੀ। ਸੂਰਜ ਤਾਰਿਆਂ ਨੂੰ ਮਾਰ ਮੁਕਾਉਂਦਾ ਨਹੀਂ ਹੈ, ਉਹਦਾ ਚਾਨਣਾ ਹੀ ਇਤਨਾ ਜ਼ਿਆਦਾ ਹੈ ਕਿ ਉਹ ਤਾਰਿਆਂ ਦੇ ਚਾਨਣੇ ਨੂੰ ਵੀ ਆਪਣੇ ਅੰਦਰ ਜਜ਼ਬ ਕਰ ਲੈਂਦਾ ਹੈ, ਆਪਣੇ ਅੰਦਰ ਰਲਾ ਲੈਂਦਾ ਹੈ। ਗੁਰੂ ਨਾਨਕ ਦੇਵ ਸਾਹਿਬ ਦੇ ਰੂਪ ਵਿੱਚ ਵੀ ਇੱਕ ਐਸਾ ਸੂਰਜ ਚੜ੍ਹਿਆ, ਭਾਵੇਂ ਪਹਿਲਾਂ ਤੋਂ ਕਈ ਦੀਵੇ ਮੌਜੂਦ ਸਨ ਭਗਤਾਂ ਦੇ ਰੂਪ ਵਿੱਚ, ਸੰਤਾਂ ਦੇ ਰੂਪ ਵਿੱਚ, ਪਰ ਉਹਨਾਂ ਦੀਵਿਆਂ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬੁਝਾਇਆ ਨਹੀਂ, ਉਹਨਾਂ ਨੂੰ ਦੂਰ ਨਹੀਂ ਹਟਾਇਆ, ਉਹਨਾਂ ਨੂੰ ਸਭ ਨੂੰ ਆਪਣੇ ਅੰਦਰ ਜਜ਼ਬ ਕਰ ਲਿਆ, ਆਪਣੇ ਅੰਦਰ ਰਲਾ ਲਿਆ। ਯਾਦ ਰੱਖਿਓ, ਜਿਹਦੇ ਕੋਲ ਚਾਨਣਾ ਹੋਵੇਗਾ ਨਾ, ਉਹ ਦੁਨੀਆ ਨੂੰ ਚਾਨਣਾ ਦੇਵੇਗਾ ਤੇ ਚਾਨਣਾ ਵਧਾਵੇਗਾ। ਪਰ ਜਿਹਦੇ ਕੋਲ ਹੈ ਹੀ ਅੰਧੇਰਾ, ਉਹਨੇ ਦੁਨੀਆ ਨੂੰ ਵੀ ਅੰਧੇਰਾ ਹੀ ਦੇਣਾ ਹੈ। ਯਾਦ ਰੱਖਣਾ, ਜਿਹਦੇ ਕੋਲ ਇੱਜ਼ਤ ਹੈ, ਜਿਹਦੇ ਕੋਲ ਸਤਿਕਾਰ ਹੈ, ਉਹ ਦੁਨੀਆ ਨੂੰ ਵੀ ਇੱਜ਼ਤ ਦਿੰਦਾ ਹੈ, ਉਹ ਦੁਨੀਆ ਨੂੰ ਵੀ ਸਤਿਕਾਰ ਦਿੰਦਾ ਹੈ। ਪਰ ਜਿਹਦੇ ਕੋਲ ਇੱਜ਼ਤ ਹੈ ਹੀ ਨਹੀਂ, ਜਿਹਦੇ ਕੋਲ ਸਤਿਕਾਰ ਦੀ ਭਾਵਨਾ ਹੈ ਹੀ ਨਹੀਂ, ਉਹ ਦੂਜੇ ਨੂੰ ਵੀ ਨਹੀਂ ਦੇ ਪਾਉਂਦਾ ਹੈ। ਜਿਹਦੇ ਕੋਲ ਜੋ ਹੋਵੇਗਾ ਉਹ ਦੇਵੇਗਾ। ਗੁਰੂ ਅਰਜਨ ਦੇਵ ਸਾਹਿਬ ਜੀ ਕੋਲ ਅੰਮ੍ਰਿਤ ਹੈ, ਸਤਿਗੁਰੂ ਅੰਮ੍ਰਿਤ ਵੰਡ ਰਹੇ ਨੇ, ਉਦੋਂ ਤੋਂ ਵੰਡ ਰਹੇ ਨੇ, ਅੱਜ ਵੀ ਵੰਡ ਰਹੇ ਨੇ। ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਭਾਈ, ਨਿਰਮਲ ਰਸਨਾ ਅੰਮ੍ਰਿਤ ਪੀਵੋ, ਸਦਾ ਸੁਹੇਲਾ ਕਰ ਲੈ ਜੀਓ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਲਗਾਤਾਰ ਅੰਮ੍ਰਿਤ ਵਰਤਾ ਰਹੇ ਨੇ। ਤੇ ਪ੍ਰਿਥੀ ਚੰਦ ਕੋਲ ਜ਼ਹਿਰ ਸੀ ਤੇ ਨਿਤ ਹੀ ਜ਼ਹਿਰ ਵਰਤਾਇਆ। 4 ਵਾਰੀ ਜ਼ਹਿਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇਣ ਦਾ ਯਤਨ ਕੀਤਾ ਗਿਆ। ਅਸੀਂ ਕੀ ਲੈਣਾ ਹੈ? ਅਸੀਂ ਉਹ ਪ੍ਰਾਪਤ ਕਰਨਾ ਹੈ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮੰਗਿਆ, ਜਾਂ ਉਹ ਲੈਣਾ ਹੈ ਜੋ ਪ੍ਰਿਥੀ ਚੰਦ ਨੇ ਮੰਗਿਆ? ਹੁਣ ਜੇ ਜ਼ਹਿਰ ਮੰਗੋਗੇ, ਜ਼ਹਿਰ ਨਾਲ ਸਾਂਝ ਪਾਓਗੇ ਤੇ ਨੁਕਸਾਨ ਤੇ ਹੋਵੇਗਾ, ਮਰੋ ਨਾ ਤਾਂ ਵੀ ਨੁਕਸਾਨ ਤੇ ਹੋਣਾ ਹੀ ਹੋਣਾ। ਤੇ ਜੇ ਅੰਮ੍ਰਿਤ ਮੰਗੋਗੇ ਤੇ ਅੰਮ੍ਰਿਤ ਬਾਣੀ ਨੇ ਸੁੱਖ ਦੇਣਾ ਹੀ ਦੇਣਾ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਜਿਹੜੇ ਗੁਰਦੁਆਰੇ ਨਹੀਂ ਆਉਂਦੇ ਨਾ, ਲੋਕ ਡਿਪਰੈਸ਼ਨ ਵਿੱਚ ਜੀ ਰਹੇ ਨੇ, ਸਟ੍ਰੈਸ ਵਿੱਚ ਜੀ ਰਹੇ ਨੇ। ਪਰ ਜਿਹੜੇ ਤੁਹਾਡੇ ਵਾਂਗ ਆ ਕੇ ਨਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣਦੇ ਨੇ, ਜਿਨ੍ਹਾਂ ਨੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉਸ ਸਥਾਨ ਦਮਦਮਾ ਸਾਹਿਬ ਦੀ ਬਰਕਤ ਨੂੰ ਜਾਣ ਲਿਆ, ਉਹ ਫਿਰ ਕਿੱਥੇ ਟੁੱਟਦੇ ਨੇ? ਉਹਨਾਂ ਦੀ ਤੇ ਰੋਜ਼ ਦੀ ਪੁਕਾਰ ਹੈ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਨੇ, ਕਹਿੰਦੇ ਦੀਵਾ, ਤੇ ਜਿਨ੍ਹਾਂ ਨੇ ਚਾਨਣਾ ਇਕੱਠਾ ਕੀਤਾ ਨਾ, ਉਹ ਤੇ ਭਾਈ ਸਤੀ ਦਾਸ ਜੀ ਦੇ ਰੂਪ ਵਿੱਚ, ਉਹ ਸਰੀਰ ਜੋ ਭਾਈ ਸਤੀ ਦਾਸ ਜੀ ਦਾ ਦੀਵਾ ਬਣ ਗਿਆ। ਜ਼ਾਲਮਾਂ ਨੇ ਰੂਹ ਵੀ ਬਲੇਟ ਦਿੱਤੀ, ਵੱਟੀ ਪਾ ਦਿੱਤੀ, ਪਰ ਦੀਵੇ ਵਿੱਚ ਤੇਲ ਬਲਦਾ, ਉੱਥੇ ਗੁਰੂ ਕੇ ਸਿੱਖ ਦਾ ਖੂਨ ਬਲਿਆ ਤੇ ਇਤਨਾ ਚਾਨਣਾ ਦੇ ਦਿੱਤਾ ਕਿ ਅੱਜ ਗੁਰਦੁਆਰਿਆਂ ਤੇ ਮੰਦਿਰਾਂ ਦੇ ਵਿੱਚ ਉਸੇ ਕਰਕੇ ਚਾਨਣਾ ਹੈ। ਜਦ ਆਏ ਸਨ ਨਾ ਬ੍ਰਾਹਮਣ, ਤੇ ਕਹਿ ਨਹੀਂ ਦਿੱਤਾ, ਰਾਮ ਨਾਰਾਇਣ ਦਰਦੀ ਨੇ ਲਿਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ, ਸਤਿਗੁਰੂ ਕਿਹਾ ਬੱਚਿਓ ਤੁਸੀਂ ਘਰ ਹੀ ਜਾਓ, ਸੀਸ ਆਪਣਾ ਦੇ ਕੇ ਸਤ ਬਚਾਵਾਂਗਾ ਮੈਂ, ਹਿੰਦੂ ਮੰਦਰਾਂ ਦੇ ਬੁਝ ਰਹੇ ਦੀਵਿਆਂ ਅੰਦਰ ਤੇਲ ਖੂਨ ਆਪਣੇ ਦਾ ਪਾਵਾਂਗਾ ਮੈਂ,
पाया। देश दी जड़ां अंदर लहू अपना, भारत वर्ष दा बाग तां फल रहा है। अज भी हिंदू मंदिरां दे बल रहे दीवियां अंदर खून तेग बहादुर दा बल रहा है। अज भी हिंदू मंदिरां दे बल रहे दीवियां अंदर खून तेग बहादुर दा बल रहा है। वो तो खुद ही दीवा बन जाते ने। साहब ਉਹੀ ਗੱਲ ਕਹਿ ਰਹੇ ਨੇ, ਭਰਤਾ ਚਿਤਵਤ ਪੂਰਨ ਆਸਾ, ਮਿਲ ਪੀਤਮ ਜੋ ਹੋਤ ਆਨੰਦਾ, ਹਰ ਰੰਗ ਮਨ ਰੰਗੀਨਾ ਜੀਓ। ਭਰਤਾ ਪਤੀ ਕਹਿੰਦੇ ਪਤੀ ਦਾ ਵਿਛੋੜਾ ਪਿਆ ਹੋਵੇ ਨਾ ਤੇ ਪਤਨੀ ਦੀ ਹਾਲਤ ਕੀ ਹੋ ਜਾਂਦੀ ਹੈ? ਤਪ ਤਪ ਲੋਹੇ ਲੋਹੇ ਹਾਥ ਮਰੋਰੋਂ, ਬਾਬਲ ਹੋਈ ਸੋ ਸੌ ਲੋਰੋਂ। ਕਹਿੰਦੇ ਤਪਦੀ ਹੈ, ਵਿਲਕਦੀ ਹੈ, ਮਹੀਨੇ ਸਾਲ ਬੀਤ ਗਏ, ਵਿਛੋੜਾ ਪੈ ਗਿਆ, ਬਾਵਲੀ ਹੋ ਕੇ ਲੱਭਦੀ ਹੈ। ਘਰ ਦੇ ਪਿੰਡ ਦੇ ਬਾਹਰ ਦੌੜ ਜਾਣਾ ਤੇ ਉਹ ਰਸਤਾ ਵੇਖਣਾ ਜਿੱਥੋਂ ਬੱਸ ਆਉਣੀ ਜਾਂ ਕੋਈ ਸਾਧਨ ਆਉਣਾ। ਗੁਰਬਾਣੀ ਨੇ ਕਿਹਾ ਪੰਥ ਨਿਹਾਰੇ ਕਾਮਨੀ, ਉਹ ਰਾਹ ਵੇਖ ਰਹੀ ਹੈ। ਲੋਚਨ ਭਰੀ ਲੈ, ਅੱਖਾਂ ਭਰੀਆਂ ਨੇ, ਲੈ ਉਸਾਸਾ ਲੰਮੇ ਹੌਕੇ ਭਰਦੀ ਹੈ। ਔਰ ਨਾ ਭਿੱਜੈ ਰਾਹ ਵੇਖ ਵੇਖ ਕੇ ਮਨ ਅੱਕਦਾ ਨਹੀਂ ਆ, ਪੱਗ ਨਾ ਖਿਸੈ ਪੈਰ ਥੱਕਦੇ ਨਹੀਂ। ਕਿਉਂ? ਹਰ ਦਰਸ਼ਨ ਕੀ ਆਸਾ। ਉਹਨੂੰ ਪਤੀ ਦੀ ਆਸ ਹੈ, ਇੱਥੇ ਪਤੀ ਵਾਹਿਗੁਰੂ ਜੀ ਦੀ ਆਸ ਹੈ। ਤੇ ਕਹਿੰਦੇ ਮਿਲਦਾ ਏ ਉਹ ਜੇ ਪੁਕਾਰ ਹੋਵੇ, ਤੈਂ ਸੈ ਮਨ ਮੈਂ ਕੀਆ ਰੋਸ, ਮੁਝ ਔਗਣ ਸੈ ਨਾਹੀ ਦੋਸ਼। ਮੇਰੇ 'ਚ ਹੀ ਔਗਣ ਨੇ, ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ। ਜੋਬਨ ਖੋਏ ਪਾਛੇ ਪਛਤਾਨੀ, ਜਵਾਨੀ 'ਚ ਤੇ ਮੈਂ ਕਦਰ ਹੀ ਨਹੀਂ ਜਾਣੀ। ਹੁਣ ਜਵਾਨੀ ਚਲੀ ਗਈ, ਹੁਣ ਪਛਤਾ ਰਹੀ ਹਾਂ। ਵਿਦਣ ਖੋਈ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਹੁਣ ਤੇ ਡਿਪਰੈਸ਼ਨ ਵਿੱਚ ਚਲੀ ਗਈਆਂ। ਹੁਣ ਤੇ ਖੂਹ ਜਿਹਾ ਨਜ਼ਰ ਆਉਂਦਾ ਏ, ਕੋਈ ਹੱਥ ਫੜਨ ਵਾਲਾ ਨਹੀਂ ਹੈ। ਜਦੇ ਪੁਕਾਰ ਹੋਈ ਨਾ ਤੇ ਉਸ ਪਤੀ ਵਾਹਿਗੁਰੂ ਨੇ ਪੁਕਾਰ ਸੁਣ ਲਈ ਤੇ ਕੀ ਕੀਤਾ? ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ। ਉਹਨੇ ਕਿਰਪਾ ਕਰਕੇ ਸਾਧ ਸੰਗਤ 'ਚ ਭੇਜ ਦਿੱਤਾ। ਇਹ ਸਾਧ ਸੰਗਤ ਨੂੰ ਐਵੇਂ ਨਾ ਜਾਣਿਓ ਜਿੱਥੇ ਬੈਠੇ ਹੋ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਤੇ ਕਹਿੰਦੇ ਇੱਥੇ ਮੈਨੂੰ ਮੈਂ ਜਦ ਵੇਖਿਆ ਤੇ ਮੇਰਾ ਉਹ ਪਤੀ ਵਾਹਿਗੁਰੂ ਮੈਨੂੰ ਨਜ਼ਰ ਆ ਗਿਆ। ਤੇ ਜਦ ਨਜ਼ਰ ਆ ਗਿਆ ਤੇ ਮਿਲਾਪ ਵਾਲੀ ਅਵਸਥਾ ਬਣ ਗਈ ਤੇ ਉਹ ਜੋ ਆਨੰਦ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਉਸ ਰੰਗ ਵਿੱਚ ਰੰਗੀ ਗਈ ਹਾਂ। ਦੇਖੋ ਰੰਗ ਦੀ ਇੱਕ ਬੋਲੀ ਹੈ। ਸੋਹੇ ਰੰਗ ਦਾ ਜੋੜਾ ਪਾ ਕੇ ਕੋਈ ਮੁਟਿਆਰ ਤੁਰੀ ਚਲੀ ਜਾ ਰਹੀ ਹੋਵੇ, ਕੋਈ ਬੇਟੀ ਕੋਈ ਭੈਣ, ਪੁੱਛਣ ਦੀ ਲੋੜ ਨਹੀਂ, ਉਹਦੇ ਜੋੜੇ ਦਾ ਰੰਗ ਦੱਸ ਦਿੰਦਾ ਹੈ ਇਹ ਸੁਹਾਗਣ ਹੈ। ਵਿਧਵਾ ਦੇ ਜੋੜੇ ਦਾ ਰੰਗ ਦੱਸ ਦਿੰਦਾ ਸੀ ਇਹ ਵਿਧਵਾ ਹੈ। ਰੈਡ ਲਾਈਟ, ਗ੍ਰੀਨ ਲਾਈਟ, ਯੈਲੋ ਲਾਈਟ ਕੁਝ ਦੱਸਦੀਆਂ ਨੇ, ਰੁਕ ਜਾ, ਹੁਸ਼ਿਆਰ ਹੋ ਜਾ, ਨਿਕਲ ਜਾ। ਜਦ ਜੰਗ ਹੁੰਦੀ ਸੀ ਇੱਕ ਪਾਸੇ ਤੋਂ ਚਿੱਟੇ ਰੰਗ ਦਾ ਝੰਡਾ ਲੈ ਕੇ ਕੋਈ ਦੌੜ ਪੈਂਦਾ ਸੀ ਨਾ ਤੇ ਤੋਪਾਂ ਦੇ ਮੂੰਹ ਮੋੜ ਲੈ ਜਾਂਦੇ ਸਨ, ਗੋਲੀਆਂ ਦੀ ਬਾਛੜ ਰੁਕ ਜਾਂਦੀ ਸੀ, ਕਿਉਂਕਿ ਚਿੱਟਾ ਰੰਗ ਬੋਲ ਕੇ ਦੱਸ ਰਿਹਾ ਹੈ ਅਗਲਾ ਸ਼ਾਂਤੀ ਚਾਹੁੰਦਾ ਹੈ। ਯਾਦ ਰੱਖਿਓ ਜਿਹਦੇ ਉੱਤੇ ਰੰਗ ਚੜ੍ਹਦਾ ਹੈ ਨਾ, ਰੰਗ ਬੋਲਦਾ ਹੈ, ਰੰਗ ਹੱਸੈਂ ਰੰਗ ਰੋਵੈਂ, ਚੁੱਪ ਵੀ ਕਰ ਜਾਹੇ ਪਰਵਾਹ ਨਾਹੀ ਕਿਸੈ ਕੇਰੀ, ਬਾਜ ਸੱਚੈ ਨਾਹੇ। ਸਾਹਿਬ ਕਹਿੰਦੇ ਮੈਂ ਰੰਗਿਆ ਗਿਆ। ਰੰਗ ਕਹਿੰਦੇ ਜਿਉ ਰੰਗ ਮਨ ਰੰਗੀਨਾ ਜੀਓ, ਸੰਤਨ ਮੋਕੋ ਹਰ ਮਾਰਗ ਪਾਇਆ, ਸਾਧ ਕਿਰਪਾਲ ਹਰ ਸੰਗ ਗਿਝਾਇਆ। ਕਹਿੰਦੇ ਗੁਰੂ ਸੰਤ ਨੇ ਮੈਨੂੰ ਉਹ ਸਿੱਧਾ ਮਾਰਗ ਦਿਖਾ ਦਿੱਤਾ। ਕਿਹੜਾ ਰਾਹ? ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਦਾਸ ਅਕਸਰ ਬੇਨਤੀ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਸਿੱਧਾ ਰਾਹ ਨੇ। ਜਿਸ ਤਰ੍ਹਾਂ ਅੱਜ ਕੱਲ੍ਹ ਐਕਸਪ੍ਰੈਸ ਵੇ ਬਣ ਗਏ ਨੇ ਨਾ, ਤੇ ਬੇਫਿਕਰ ਤੁਰੇ ਚਲੇ ਜਾਓ, ਕੋਈ ਪਰਵਾਹ ਹੀ ਨਹੀਂ। ਪਰ ਜਿੱਥੇ ਚੌਰਾਹਾ ਦੁਰਾਹਾ ਆ ਜਾਵੇ ਨਾ, ਉਹ ਭਾਵੇਂ 50-100 ਫੀਟ ਦਾ ਹੋਵੇ ਤੇ ਸੁਚੇਤ ਹੋ ਕੇ ਰਾਹ ਚੁਣਨਾ ਹੈ। ਗਲਤ ਰਾਹੇ ਪੈ ਗਏ, ਦੁੱਖ ਹੀ ਦੁੱਖ, ਮੰਜ਼ਿਲ ਵੀ ਗਵਾਚ ਜਾਂਦੀ ਹੈ। ਪਰ ਸਿੱਧਾ ਰਾਹ ਭਾਵੇਂ 200 ਕਿਲੋਮੀਟਰ ਦਾ ਹੋਵੇ, 100 ਕਿਲੋਮੀਟਰ ਦਾ, ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਿੱਧਾ ਰਾਹ ਨੇ। ਤੇ ਸਤਿਗੁਰੂ ਕਹਿੰਦੇ ਕਿਰਪਾ ਕਰਕੇ ਗੁਰੂ ਸਾਧੂ ਨੇ ਮੈਨੂੰ ਨਾਮ ਨਾਲ ਗਿਝਾਇਆ ਹੈ। ਜਿੱਦਾਂ ਬੰਦਾ ਕਹਿੰਦਾ ਨਾ ਮੈਂ ਤੇ ਉਹਦੀ ਸੰਗਤ ਕਰਕੇ ਗਿੱਝ ਗਿਆ, ਮੈਂ ਉਸ ਤੋਂ ਬਿਨਾਂ ਰਹਿ ਨਹੀਂ ਸਕਦਾ। ਕਹਿੰਦੇ ਉਹ ਅਵਸਥਾ ਬਣ ਗਈ ਹੈ। ਹਰ ਹਮਰਾ ਹਮ ਹਰ ਕੇ ਦਾਸੇ। ਹੁਣ ਤੇ ਗੱਲ ਬਣ ਗਈ, ਵਾਹਿਗੁਰੂ ਸਾਡਾ ਮੇਰਾ ਹੋ ਗਿਆ
ਮੈਂ ਦਾਸ ਉਹਦਾ ਹੋ ਗਿਆ। ਤੇ ਕਹਿੰਦੇ ਨਾਨਕ ਸ਼ਬਦ ਗੁਰੂ ਸੱਚ ਦੀਨਾ ਜੀਓ। ਕਹਿੰਦੇ ਨਾਨਕ ਜੀ ਆਖਦੇ ਨੇ, ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਕਿ ਗੁਰੂ ਨੇ ਸ਼ਬਦ ਰਾਹੀਂ ਨਾਮ ਰੂਪੀ ਸੱਚ ਦੇ ਦਿੱਤਾ ਹੈ। ਤੇ ਜਦ ਉਹ ਸੱਚ ਮਿਲ ਗਿਆ, ਯਾਦ ਰੱਖੋ ਜਦ ਵੀ ਸ਼ਬਦ ਨਾਲ ਜੁੜੋਗੇ ਨਾ ਤੇ ਸੱਚ ਨਾਲ ਜੁੜੋਗੇ, ਕਿਉਂਕਿ ਇਹ ਸੱਚ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ। ਇਤਨਿਕ ਸੇਵਾ ਪ੍ਰਵਾਨ ਕਰਨਾ, ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ। ਦਿਓ ਅਸੀਸ ਕਥਾ ਕਰਨ ਦੀ ਜਾਚ ਆ ਜਾਵੇ। ਸਾਂਝੇ ਤੌਰ ਤੇ ਸਭ ਲਈ ਅਰਦਾਸ ਹੈ, ਸ੍ਰੀ ਹਰਿ ਕ੍ਰਿਸ਼ਨ ਤਿਹਾਈ ਹੈ। ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਹਰਿ ਨਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।